राधा स्वामी जी, राधा। हाँ जी। बाणी गुरु ग्रंथ साहिब जी महाराज। राग गौड़ी ग्वारेरी महला पंजवा चौपदे। कई जन्म पै कीट पतंगा, कई जन्म गज मीन कोरंगा, कई जन्म पै कीट पतंगा, कई जन्म गज मीन कोरंगा, कई जन्म पंखी सर्प होयो, कई जन्म हैवर वृक्ष जोयो, मिल जगदीश मिलन की बरिया, चिरंकाल एह दे संजरिया। राधा स्वामी। ये बाणी हजूर पंचम पातशाह गुरु अर्जन देव जी महाराज जी की है। वो जीवात्मा नूं, हर एक जीव नूं एक याद करवा रहे हैं कि जदों का भी तू इत्थे आया है और जिहड़ा सफ़र तय किया है पिछे, उहदे बारे तू सब कुछ ही भुल गया, कुछ नहीं याद कि पिछे किड्डा लंबा सफ़र करके ते इस स्टेज तक पहुँचा, और उहदे भुलन करके की नुकसान हो रहे ने अज दे शब्द विच सारे ही वो बड़े विस्तार नाल दस रहे हैं। फरमाउंदे ने जिहड़ा सफ़र किया पिछे इन्ना लंबा, उस सफ़र बारे सानू किसी नूं भी कोई चीज़ याद नहीं। असी सोचते हैं कि अज ही असी जन्म लिया है, अज ही असी ये मेला जिहड़ा बाहर दा देखिया है, और जिन्ना असी इस मेले नूं घूम फिर सकते हैं, देख सकते हैं, बस उन्ना असी वो कर लिया। लेकिन जो असली काम सी जिहदे वास्ते ये जन्म मिलिया, उहदे बारे सानू याद ही नहीं बिल्कुल। इस करके बड़ा स्पष्ट ही तौर पर सानू दस रहे ने, फरमाउंदे ने कई जन्म पे कीट पतंगा। दसते ने कि कई बार तो कीड़े पतंगे तो बनया, कई जन्म गज मीन करंगा, और कई बार हुण कीड़े पतंगे जिहड़े ने बहुत छोटे छोटे जीव ने, लेकिन आत्मा सब दे विच ही है। बार बार जिहड़ा 84 लाख का जिहड़ी जोना ने उहदे विच सारे ही आ रहे हैं। तो फरमाया कि कदी ते कीड़े पतंगे बन के आया, और कई बार मच्छी बन के, कई बार हाथी बन के। कीड़े पतंगे मच्छी जिहड़े बड़े छोटे छोटे जीव ने, लेकिन कई बार कहते हाथी बन के भी तू इत्थे आया। कहने का मतलब की है, भाव की है कि सारे ही दुनिया दे विचों फिरदा तुरदा तू इत्थों निकलिया। किसी जून दे विच कुछ घंटियां दी जिंदगी सी, जिस तरह मक्खी मच्छर हुंदे ने, कई बार उस तरह पैदा होंदे ने, उस दिन ही खत्म हो जाते हैं।
ਥੋੜਾ ਜਿਹਾ ਹੋਰ ਵਧਿਆ ਤੇ ਫਿਰ ਕੁਝ ਮਹੀਨਿਆਂ ਦੀ ਜੂਨੀ ਮਿਲ ਗਈ। ਫਿਰ ਕਈ ਐਸੇ ਜੀਵ ਕਿ ਜਿਹੜੇ ਕਈ 100 ਸਾਲ ਵੀ ਜਿਹੜੇ ਸੀ ਜਨਮ ਦੇ ਵਿੱਚ ਲੱਗੇ। ਪਰ ਇਹ ਸਾਰੇ ਦੇ ਵਿੱਚੋਂ ਨਿਕਲਦਾ ਸਭ ਕੁਝ ਹੀ ਪਿਛਲਾ ਜਨਮ ਭੁੱਲਦਾ ਗਿਆ। ਅੱਗੇ ਤੋਂ ਅੱਗੇ ਜਿਹੜੀ ਵੀ ਜੂਨ ਮਿਲੀ ਉਹਦੇ ਵਿੱਚ ਹੀ ਅਸੀਂ ਮਸਤ ਹੋ ਗਏ। ਹੁਣ ਜਿੰਨੇ ਵੀ ਜੀਵ ਅਸੀਂ ਦੇਖਦੇ ਹਾਂ ਅੱਖਾਂ ਨਾਲ, ਸਾਰੇ ਆਪਣੇ ਆਪਣੇ ਜਗ੍ਹਾ ਮਸਤ ਨੇ। ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਯਾਦ ਨਹੀਂ ਹੈ ਕਿ ਕੀ ਅਸੀਂ ਦੁੱਖ ਭੋਗ ਰਹੇ ਇੱਥੇ ਆ ਕੇ। ਇਸ ਕਰਕੇ ਜਿਨ੍ਹਾਂ ਸੰਤਾਂ ਮਹਾਤਮਾ ਨੇ ਇਹਨੂੰ ਅੱਛੀ ਤਰ੍ਹਾਂ ਦੇਖਿਆ ਹੈ ਔਰ ਜਿਨ੍ਹਾਂ ਨੇ ਸਭ ਕੁਝ ਦੇਖ ਕੇ ਉੱਤੇ ਰਿਸਰਚ ਕੀਤੀ ਔਰ ਸਾਨੂੰ ਉਹੀ ਸਮਝਾ ਰਹੇ ਨੇ ਕਿ ਬਈ ਸਿਰਫ ਅੱਜ ਹੀ ਨਹੀਂ ਅਸੀਂ ਇੱਥੇ ਆਏ। ਜਿਸ ਤਰ੍ਹਾਂ ਬਾਣੀ ਚ ਉਹਨਾਂ ਨੇ ਫਰਮਾਇਆ ਕਿ 184 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ। ਇਹ ਮਨੁੱਖ ਚੋਲਾ ਐਵੇਂ ਨਹੀਂ ਮਿਲ ਗਿਆ, ਬੜੇ ਹੀ ਭਟਕ ਕੇ ਕਈ ਥਾਵਾਂ ਦੇ ਵਿੱਚੋਂ ਲੰਘ ਕੇ ਤੇ ਮਨੁੱਖਾ ਜੋਨੀ ਮਿਲੀ। ਤੇ ਉਹ ਇੱਕ ਇੱਕ ਸ਼ਬਦ ਵਿੱਚ ਸਾਨੂੰ ਖੋਲ ਕੇ ਦੱਸ ਰਹੇ ਨੇ, ਫਰਮਾਉਂਦੇ ਨੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਏ। ਹੁਣ ਪੰਛੀ ਬਣੇ, ਫਿਰ ਕਦੀ ਘੋੜੇ ਬਣੇ, ਕਦੀ ਬਲਦ ਬਣੇ, ਪਰ ਕਿਸੇ ਵੀ ਜੂਨ ਦੇ ਵਿੱਚ ਕੋਈ ਸੁੱਖ ਨਹੀਂ ਸੀ। ਉਹਨੇ ਫਰਮਾਇਆ ਨਾ ਕਿ ਕਈ ਜਨਮ ਹੈਵਰ ਬ੍ਰਿਖ ਜੋਏ। ਅਸੀਂ ਦੇਖਦੇ ਹਾਂ ਰੇੜਿਆਂ ਦੇ ਨਾਲ ਘੋੜੇ ਅੱਗੇ ਜੋਏ ਹੁੰਦੇ ਨੇ, ਦਿਨ ਰਾਤ ਜਦੋਂ ਮਰਜ਼ੀ ਉਹਨਾਂ ਨੂੰ ਉਠਾ ਲਿਆ ਜਾਂਦਾ ਹੈ। ਕੋਈ ਉਹਨਾਂ ਦਾ ਟਾਈਮ ਨਹੀਂ ਸੌਣ ਦਾ, ਕੋਈ ਉੱਠਣ ਦਾ ਨਹੀਂ, ਕੋਈ ਉਹਨਾਂ ਦੇ ਖਾਣ ਪੀਣ ਦਾ ਨਹੀਂ। ਜਦੋਂ ਮਾਲਕ ਦਾ ਦਿਲ ਕਰਦਾ ਹੈ ਜੋ ਕਿ ਉਹਨਾਂ ਨੂੰ ਤੇ ਕੰਮ ਤੇ ਲਾ ਦਿੰਦਾ ਹੈ। ਕੋਈ ਨਹੀਂ ਉਹਨਾਂ ਨੂੰ ਪੁੱਛਦਾ ਕਿ ਭੁੱਖ ਲੱਗੀ ਹੈ, ਪਿਆਸ ਲੱਗੀ ਹੈ, ਜਾਂ ਕੋਈ ਤਕਲੀਫ ਹੈ। ਬੰਦੇ ਨੂੰ ਕੋਈ ਤਕਲੀਫ ਹੁੰਦੀ ਹੈ ਕਿ ਬੁਖਾਰ ਹੋ ਗਿਆ ਜੀ, ਇਹਦੇ ਦਰਦ ਹੋ ਰਹੀ ਹੈ, ਸਿਰ ਦਰਦ ਹੋ ਰਹੀ ਹੈ, ਪੇਟ ਦਰਦ ਹੋ ਰਹੀ ਹੈ, ਇਹਨਾਂ ਜਾਨਵਰਾਂ ਨੂੰ ਕੌਣ ਪੁੱਛ ਰਿਹਾ ਹੈ? ਚਾਹੇ ਉਹਦੇ ਕੋਈ ਤਕਲੀਫ ਹੋਵੇ, ਉਹ ਇਸ ਕਰਕੇ ਨਾ ਚੱਲ ਰਿਹਾ ਹੋਵੇ, ਮਾਲਕ ਸੋਟੀ ਦੇ ਨਾਲ ਉਹਨੂੰ ਜ਼ੋਰ ਦੀ ਮਾਰਦਾ ਹੈ, ਕਦੀ ਕਿਸੇ ਚੀਜ਼ ਨਾਲ ਕਦੀ ਕਿਸੇ ਚੀਜ਼ ਨਾਲ, ਕਿ ਬਈ ਤੂੰ ਆਪਣਾ ਕੰਮ ਕਰ। ਉਹਦੀ ਵਿਚਾਰੇ ਦੀ ਕੋਈ ਪੇਸ਼ ਨਹੀਂ ਜਾਂਦੀ। ਅੱਜ ਕੱਲ੍ਹ ਗਰਮੀ ਦੇ ਦਿਨ ਹੈ, ਹੁਣ ਤਾਂ ਚਲੋ ਟਰੈਕਟਰ ਆ ਗਏ, ਕਈ ਐਸੇ ਜਿਹੜੇ ਸੀ ਚੀਜ਼ਾਂ ਆ ਗਈਆਂ ਨੇ। ਅਜੇ ਵੀ ਕਈ ਇਲਾਕਿਆਂ ਦੇ ਵਿੱਚ ਇਸੇ ਤਰ੍ਹਾਂ ਹੀ ਬਲਦਾਂ ਦੇ ਨਾਲ ਜਿਹੜੀ ਹੈ ਖੇਤੀਬਾੜੀ ਕੀਤੀ ਜਾਂਦੀ ਹੈ। ਇੰਨੀ ਗਰਮੀ ਹੁੰਦੀ ਹੈ, ਥੱਲਿਓਂ ਵੀ ਤਪਸ਼ ਹੁੰਦੀ ਹੈ, ਉੱਪਰੋਂ ਵੀ ਇੰਨੀ ਧੁੱਪ ਚੜੀ ਹੁੰਦੀ ਹੈ, ਤੇ ਉਹ ਵਿਚਾਰੇ ਨਾ ਦੱਸ ਸਕਦੇ ਨੇ ਕਿ ਸਾਨੂੰ ਪਿਆਸ ਲੱਗੀ ਹੈ, ਨਾ ਭੁੱਖ ਲੱਗੀ ਹੈ। ਕਈ ਵਾਰ ਜਿਸ ਤਰ੍ਹਾਂ ਕਿ ਗਸ਼ ਖਾ ਕੇ ਡਿੱਗ ਪੈਂਦੇ ਨੇ, ਪੈਲੀ ਦੇ ਵਿੱਚ ਜ਼ਮੀਨ ਦੇ ਵਿੱਚ ਡਿੱਗ ਪੈਂਦੇ ਨੇ। ਮਾਲਕ ਦੇ ਰਾੜ ਉਹਦੇ ਮਾਰਦਾ ਹੈ, ਕਦੀ ਲੱਤਾਂ ਤੇ ਮਾਰਦਾ ਹੈ, ਕਦੀ ਮੂੰਹ ਤੇ ਮਾਰਦਾ ਹੈ ਉਹਦੇ, ਕਿ ਬਈ ਉਹਨੂੰ ਉਠਾ ਦਿੰਦਾ, ਬਹਿਣ ਨਹੀਂ ਦਿੰਦਾ। ਉਹਨੇ ਫਰਮਾਇਆ ਕਿ ਕਈ ਜਨਮ ਜਿਹੜੇ ਸੀ ਇਸੇ ਦੁੱਖ ਤਕਲੀਫ ਦੇ ਵਿੱਚ ਲੰਘ ਗਏ, ਕਿਸੇ ਨੇ ਹਾਲ ਨਹੀਂ ਪੁੱਛਿਆ, ਕੋਈ ਸਾਰ ਲੈਣ ਵਾਲਾ ਨਹੀਂ ਸੀ। ਸਾਰੀ ਉਮਰ ਕੰਮ ਲੈ ਕੇ ਤੇ ਜਦੋਂ ਸਰੀਰ 'ਚ ਜਾਨ ਨਹੀਂ ਰਹਿੰਦੀ ਪਸ਼ੂ ਦੇ, ਤੇ ਅਸੀਂ ਉਹਨੂੰ ਅਵਾਰਾ ਜਿਸ ਤਰ੍ਹਾਂ ਸੜਕਾਂ ਤੇ ਛੱਡ ਦਿੰਦੇ। ਵਿਚਾਰੇ ਠੋਕਰਾਂ ਖਾ ਕੇ, ਕਿਸੇ ਦੀ ਲੱਤ ਟੁੱਟੀ, ਕਿਤੇ ਟੁੱਟੀ, ਸਾਰੀ ਉਮਰ ਉੱਥੇ ਵਿਚਾਰੇ ਪਏ ਰਹਿੰਦੇ ਨੇ ਔਰ ਦੁੱਖ ਜਿਹੜੇ ਭੁਗਤਦੇ ਰਹਿੰਦੇ। ਕੋਈ ਪੱਟੀ ਕਰਨ ਵਾਲਾ ਨਹੀਂ, ਕੋਈ ਉਹਨਾਂ ਦੇ ਜ਼ਖਮਾਂ ਤੇ ਮਲਮ ਲਾਉਣ ਵਾਲਾ ਕੋਈ। ਕਹਿੰਦੇ ਇਹਨਾਂ ਜਨਮਾਂ ਦੇ ਵਿੱਚ ਕੋਈ ਵੀ ਸੁੱਖ ਨਹੀਂ ਪਾਇਆ। ਲੇਕਿਨ ਅੱਗੇ ਕੀ ਫਰਮਾਉਂਦੇ ਨੇ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਕਹਿੰਦੇ ਲੇਕਿਨ ਹੁਣ ਮਨੁੱਖਾ ਜਨਮ ਮਿਲ ਗਿਆ ਹੈ। ਇਹ ਕਦੇ ਵਾਸਤੇ ਮਿਲਿਆ ਹੈ? ਮਿਲ ਜਗਦੀਸ਼ ਮਿਲਨ ਕੀ ਬਰੀਆ, ਕਿ ਇਹ ਬਹਾਰ ਜਿਹੜੀ ਹੈ, ਜਿਹੜੀ ਹੁਣ ਆਈ ਹੈ, ਇਹ ਉਸ ਮਾਲਕ ਨੂੰ ਮਿਲਣ ਵਾਸਤੇ ਆ ਜਿੱਥੋਂ ਇਹ ਰੂਹ ਵਿਛੜੀ ਹੈ, ਜਿੱਥੋਂ ਵਿਛੜ ਕੇ ਇਹ ਕਾਲ ਦੇ ਜੂਨਾਂ ਦੇ ਵਿੱਚ ਆ ਗਈ, ਕਾਲ ਦੇ ਪਿੰਜਰੇ 'ਚ ਪੈ ਗਈ, ਕਦੀ ਕਿਸੇ ਜੂਨ 'ਚ, ਕਦੀ ਕਿਸੇ ਜੂਨ 'ਚ। ਲੇਕਿਨ ਅਸੀਂ ਉਹਦੀ ਸਾਰ ਨਹੀਂ ਜਾਣਦੇ। ਲੇਕਿਨ ਜਿਨ੍ਹਾਂ ਸੰਤਾਂ ਮਹਾਤਮਾ ਨੇ ਉਸ ਨੂੰ ਅੱਛੀ ਤਰ੍ਹਾਂ ਦੇਖਿਆ ਹੈ, ਉਹ ਫਰਮਾਉਂਦੇ ਨੇ ਕਿ ਦੁਰਲਭ ਦੇ ਪਾਈ ਵਡ ਭਾਗੀ, ਨਾਮ ਨਾ ਜਪ ਤੇ ਆਤਮ ਘਾਤੀ। ਕਹਿੰਦੇ ਜੇ ਐਡੀ ਸੋਹਣੀ ਦੇਹ ਮਿਲ ਗਈ, ਸਭ ਕੁਝ ਵਧੀਆ ਹੋ ਗਿਆ, ਲੇਕਿਨ ਜੇ ਫਿਰ ਵੀ ਅਸੀਂ ਪ੍ਰਭੂ ਦਾ ਨਾਮ ਨਹੀਂ ਜਪਦੇ, ਤੇ ਕਹਿੰਦੇ ਕਿ ਅਸੀਂ ਇਹ ਆਪਣਾ ਆਤਮ ਘਾਤ ਕਰ ਰਹੇ ਹਾਂ। ਇਸ ਲਈ ਇਹ ਜਿਹੜਾ ਟਾਈਮ ਹੈ ਬਹੁਤ ਹੀ ਕੀਮਤੀ। ਜਦੋਂ ਨਿਕਲ ਜਾਂਦਾ ਹੈ ਹੱਥੋਂ, ਇਹਦੀ ਕੀਮਤ ਕੌਣ ਜਾਣਦਾ ਹੈ? ਇਸ ਜੀਵਨ ਦੀ ਇਸ ਤਰ੍ਹਾਂ ਕੋਈ ਕੀਮਤ ਨਹੀਂ ਹੈ। ਅਸੀਂ ਰੋਜ਼ ਵਿਹਲੇ ਬੈਠ ਕੇ
ਕਈ ਗੱਪਾਂ ਛੱਪਾਂ ਮਾਰਦੇ ਰਹਿੰਦੇ ਆ, ਕਹਿੰਦੇ ਆ ਸਾਡਾ ਟਾਈਮ ਨਹੀਂ ਪਾਸ ਹੁੰਦਾ, ਅਸੀਂ ਟਾਈਮ ਪਾਸ ਕਰ ਰਹੇ ਹਾਂ। ਲੇਕਿਨ ਇਹਨਾਂ ਟਾਈਮ ਦੀ ਕੀਮਤ, ਇਹਨਾਂ ਪਲਾਂ ਦੀ ਕੀਮਤ ਕਿਹਦੇ ਕੋਲੇ, ਜਿਹੜਾ ਬਿਲਕੁਲ ਆਖਰੀ ਸਾਹ ਲੈ ਰਿਹਾ, ਜਿਹੜਾ ਕੋਈ ਹਸਪੀਟਲ ਦੇ ਵਿੱਚ ਪਿਆ ਹੈ, ਜਿਹਨੂੰ ਡਾਕਟਰ ਕਹਿ ਰਹੇ ਨੇ ਕਿ ਵੀ ਤੇਰੇ ਕੋਲ ਟਾਈਮ ਨਹੀਂ ਹੈਗਾ, ਤੇ ਉਹਨੂੰ ਸਾਰੀ ਪਿਕਚਰ ਘੁੰਮ ਰਹੀ ਹੈ ਸਾਰੀ ਜ਼ਿੰਦਗੀ ਦੀ ਕਿ ਮੈਂ ਕੀ ਕੀ ਕੀਤਾ ਸਾਰੀ ਉਮਰ 'ਚ ਤੇ ਕਿੰਨੇ ਕੰਮ ਮੇਰੇ ਰਹਿ ਕੇ ਕਰਨ ਵਾਲੇ। ਉੱਥੇ ਬੈਠਾ ਤੜਫ ਰਿਹਾ ਹੁੰਦਾ ਹੈ, ਸੋਚਾਂ ਸੋਚ ਰਿਹਾ ਹੁੰਦਾ ਹੈ, ਉਹਨੂੰ ਪਤਾ ਹੈ ਕਿ ਇਸ ਟਾਈਮ ਦੀ ਕੀਮਤ ਕੀ ਹੈ। ਲੇਕਿਨ ਜਦੋਂ ਤੱਕ ਸਾਨੂੰ ਕੋਈ ਸਤਿਗੁਰਾਂ ਦੀ ਦਇਆ ਦੇ ਨਾਲ ਸਮਝ ਨਾ ਆਵੇ, ਸਾਨੂੰ ਵਚਨ ਨਾ ਸਮਝ ਆਉਣਾ, ਤੇ ਇਹ ਜ਼ਿੰਦਗੀ ਜਿਹੜੀ ਹੈ ਜਿਸ ਤਰ੍ਹਾਂ ਬਾਕੀ ਜੀਵ, ਜਿਸ ਤਰ੍ਹਾਂ ਉਹ ਹਾਥੀ ਘੋੜੇ ਹਿਰਨ ਜਿਹੜੇ ਨੇ, ਜਿਸ ਤਰ੍ਹਾਂ ਉਹ ਜ਼ਿੰਦਗੀ ਗੁਜ਼ਾਰਦੇ ਨੇ, ਸਤਿਗੁਰ ਫਰਮਾਉਂਦੇ ਨੇ ਕਿ ਸਾਨੂੰ ਵੀ ਮਿਲੀ ਹੈ ਪਰ ਅਸੀਂ ਵੀ ਕ੍ਰੋਧ ਤੋਂ ਵੱਧ ਕੰਮ ਨਹੀਂ ਲੈ ਰਹੇ। ਜਿਸ ਤਰ੍ਹਾਂ ਉਹ ਖਾ ਪੀ ਕੇ ਆਪਣੇ ਬੱਚੇ ਵੀ ਪੈਦਾ ਕਰਦੇ ਨੇ, ਖਾਂਦੇ ਪੀਂਦੇ ਨੇ, ਕੰਮ ਕਰਦੇ ਨੇ, ਮੋਹ ਵੀ ਕਰਦੇ ਨੇ ਬੱਚਿਆਂ ਨਾਲ, ਉਹੀ ਕੰਮ ਅਸੀਂ ਇਨਸਾਨ ਬਣ ਕੇ ਵੀ ਉਹੀ ਸਭ ਕੁਝ ਕਰੀ ਜਾ ਰਹੇ ਹਾਂ। ਫਿਰ ਕਹਿੰਦੇ ਇਹਦਾ ਕੀ ਫਾਇਦਾ, ਕੀ ਹੋਇਆ, ਸਮਾਂ ਤਾਂ ਨਿਕਲ ਜਾਣਾ। ਜਿਸ ਤਰ੍ਹਾਂ ਉਹਨਾਂ ਦਾ ਨਿਕਲਿਆ, ਫਿਰ ਅਸੀਂ ਕਾਹਦਾ ਮਾਣ ਕਰਾਂਗੇ ਕਿ ਅਸੀਂ ਮਨੁੱਖ ਬਣੇ। ਕਿਉਂ ਅਸੀਂ ਮਨੁੱਖ ਬਣੇ, ਕਿਉਂ ਅਸੀਂ ਇਸ ਸੰਸਾਰ ਦੇ ਵਿੱਚ ਆਏ, ਕਾਹਦੇ ਵਾਸਤੇ ਅਸੀਂ ਇੰਨੀ ਮਿਹਨਤ ਕੀਤੀ, ਜਦੋਂ ਪਤਾ ਹੀ ਹੈ ਕਿ ਸਭ ਕੁਝ ਇੱਥੇ ਛੱਡ ਜਾਣਾ ਹੈ। ਇਥੋਂ ਨਾਲ ਚੱਲਣ ਵਾਲੀ ਨਾ ਧੀਆਂ ਪੁੱਤਰ, ਨਾ ਪੈਸੇ, ਨਾ ਕੋਠੀਆਂ ਕਾਰਾਂ, ਕੁਝ ਵੀ ਨਾਲ ਜਾਣ ਵਾਲਾ ਨਹੀਂ। ਲੇਕਿਨ ਠੀਕ ਹੈ, ਸਤਿਗੁਰੂ ਇਹ ਨਹੀਂ ਕਹਿੰਦੇ ਕਿ ਨਾਲ ਜਾਣਾ ਨਹੀਂ ਤੇ ਅਸੀਂ ਕੁਝ ਕਰਨਾ ਨਹੀਂ, ਜੋ ਮਰਜ਼ੀ ਕਰੀਏ, ਲੇਕਿਨ ਨਾਲ ਨਾਲ ਜਿਹੜਾ ਕੰਮ ਕਰਨ ਵਾਲਾ ਹੈ ਉਹ ਕਰ ਲਈਏ। ਜੋ ਕੰਮ ਹੋ ਗਿਆ ਤੇ ਇਹ ਕੰਮ ਵੀ ਸਾਰੇ ਮਨਜ਼ੂਰ ਨੇ। ਜੇ ਉਹ ਕੰਮ ਨਾ ਕੀਤਾ ਤੇ ਫਿਰ ਬਾਕੀ ਕੰਮ ਜਿਹੜੇ ਆ ਇਹ ਕਿਸੇ ਨੇ ਪੁੱਛਣੇ ਨਹੀਂ। ਸਤਿਗੁਰੂ ਨੇ ਫਰਮਾਇਆ, ਬਾਣੀ ਚ ਫਰਮਾਇਆ ਕਿ ਅਵਰ ਕਰਤੂਤ ਸਗਲੀ ਜਮਡਾਨੇ, ਗੋਬਿੰਦ ਭਜਨ ਮਨ ਤਿਲ ਨਾ ਮਾਨੇ। ਉੱਥੇ ਹੋਰ ਨਹੀਂ ਕੁਝ ਪੁੱਛਿਆ ਜਾਂਦਾ, ਕੋਈ ਲੇਖਾ ਨਹੀਂ, ਉੱਥੇ ਕੋਈ ਨਹੀਂ ਪੁੱਛਦਾ ਕਿ ਕਿੰਨੀਆਂ ਕੁ ਸੈਰਾਂ ਕੀਤੀਆਂ, ਕਿੰਨੀ ਕੁ ਇੰਜੋਇਮੈਂਟ ਕੀਤੀ, ਕਿੰਨੀਆਂ ਕੋਠੀਆਂ ਕਾਰਾਂ ਬਣਾਈਆਂ, ਕੋਈ ਨਹੀਂ ਕੋਈ ਪੁੱਛਦਾ। ਸਿਰਫ ਉੱਥੇ ਜਿਹੜੀ ਕਰਮਾਂ ਦਾ ਲੇਖਾ ਜੇਖਾ ਪੁੱਛਿਆ ਜਾਂਦਾ, ਉਹ ਕਿਹੜਾ ਕਰਮ ਹੈ ਕਿ ਬਈ ਜਿਸ ਕੰਮ ਵਾਸਤੇ ਤੈਨੂੰ ਭੇਜਿਆ ਸੀ ਉਹ ਕੰਮ ਕੀਤਾ ਹੈ ਕਿ ਨਹੀਂ ਕੀਤਾ। ਜੇ ਉਹ ਕੰਮ ਨਹੀਂ ਕੀਤਾ ਤੇ ਫਿਰ ਬਾਕੀ ਸਾਰੇ ਡਾਨੇ ਦੇ ਉੱਤੇ ਲੱਗ ਜਾਂਦੇ। ਜੇ ਉਹ ਪੂਰਾ ਹੋ ਗਿਆ ਹੈ, ਜੇ ਉਹ ਪੂਰਾ ਹੈ ਤੇ ਫਿਰ ਕੋਈ ਵੀ ਕਿਸੇ ਚੀਜ਼ ਦਾ ਲੇਖਾ ਨਹੀਂ ਪੁੱਛਿਆ ਜਾਂਦਾ। ਇਹਦਾ ਜਿਹੜਾ ਲੇਖੇ ਜੋਖੇ ਵਾਲਾ ਕਾਗਜ਼ ਪਾੜ ਜਾਂਦਾ ਹੈ ਔਰ ਬਈ ਇਹ ਰਿਹਾ ਹੋ ਜਾਂਦਾ ਇਸ ਦੁਨੀਆ ਤੋਂ। ਇਸ ਕਰਕੇ ਬੜੇ ਪਿਆਰ ਦੇ ਨਾਲ, ਬੜਾ ਜ਼ੋਰ ਦੇ ਕੇ ਸਮਝਾ ਰਹੇ ਨੇ ਕਿ ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹਦੇ ਸੰਜਰੀਆ। ਕਹਿੰਦੇ ਪਤਾ ਨਹੀਂ ਕਿੰਨੇ ਚਿਰਾਂ ਪਿੱਛੋਂ ਇਹ ਜ਼ਿੰਦਗੀ ਮਿਲੀ ਹੈ, ਪਤਾ ਨਹੀਂ ਕਿੰਨੀਆਂ ਕੁ ਜੂਨੀਆਂ ਦੇ ਵਿੱਚੋਂ ਨਿਕਲ ਕੇ ਅਸੀਂ ਆਏ ਹਾਂ, ਲੇਕਿਨ ਜੇ ਹੁਣ ਮਿਲ ਗਿਆ ਹੈ ਤੇ ਹੁਣ ਇਹਦੀ ਕਦਰ ਕਰੀਏ। ਠੀਕ ਹੈ, ਕੰਮਕਾਰ ਸਾਰੇ ਕਰਨੇ ਨੇ, ਬੜੇ ਇੱਥੇ ਨਾਤੇ ਆਣ ਕੇ ਬਣੇ ਨੇ, ਲੇਕਿਨ ਸਭ ਨੂੰ ਪਤਾ ਹੈ, ਕੋਈ ਵੀ ਕਿਸੇ ਧਰਮ ਦਾ ਹੋਵੇ, ਕਿਸੇ ਜਾਤੀ ਦਾ ਹੋਵੇ, ਹਰ ਇੱਕ ਨੂੰ ਇਸ ਪਤਾ ਹੈ ਕਿ ਇਹ ਰਹਿਣਾ ਕੁਛ ਵੀ ਨਹੀਂ ਹੈ। ਸਭ ਨੇ ਜਾਣਾ ਹੈ, ਆਪਣਾ ਆਪਣਾ ਲੇਖਾ ਮੁਕਾ ਕੇ ਸਭ ਨੇ ਜਾਣਾ। ਫਿਰ ਇਸ ਲਈ ਉਸ ਚੀਜ਼ ਨੂੰ ਯਾਦ ਰੱਖ ਕੇ, ਕਿਉਂਕਿ ਸਤਿਗੁਰਾਂ ਨੇ ਕੀ ਕਰਨਾ ਹੈ, ਕੋਈ ਵੀ ਸੰਤ ਮਹਾਤਮਾ ਗੁਰੂ ਪੀਰ ਸਾਨੂੰ ਕਿਉਂ ਕਹਿੰਦੇ ਨੇ ਨਾਮ ਜਪਣ ਵਾਸਤੇ? ਉਹ ਕੋਈ ਵੰਡਾਂ ਪਾਉਣ ਨਹੀਂ ਆਉਂਦੇ, ਕੋਈ ਕਿਸੇ ਤਰ੍ਹਾਂ ਦੇ ਕੋਈ ਬਾਹਰ ਦੀਆਂ ਅਡੰਬਰ ਕਰਨ ਵਾਸਤੇ ਜਾਂ ਬਾਹਰ ਦੀਆਂ ਭੀੜਾਂ ਇਕੱਠੀਆਂ ਕਰਨ ਵਾਸਤੇ ਨਹੀਂ ਆਉਂਦੇ, ਲੇਕਿਨ ਉਹਨਾਂ ਦਾ ਸੰਦੇਸ਼ ਬੜਾ ਸਾਫ਼ ਹੁੰਦਾ ਹੈ। ਉਹ ਕਹਿੰਦੇ ਆ ਘਰ ਬਹਿ ਕੇ ਹੀ ਤੁਸੀਂ ਉਹ ਰਹਿਣੀ ਰੱਖ ਸਕਦੇ ਹੋ, ਤੁਹਾਨੂੰ ਕਿਤੇ ਆਉਣ ਜਾਣ ਦੀ ਲੋੜ ਨਹੀਂ। ਹਾਂ ਠੀਕ ਹੈ, ਜਿਸ ਤਰ੍ਹਾਂ ਅਸੀਂ ਬੱਚਿਆਂ ਨੂੰ ਸਕੂਲਾਂ 'ਚ ਭੇਜਦੇ ਹਾਂ, ਹੁਣ ਸਾਰੀ ਉਮਰ ਬੱਚੇ ਸਕੂਲ ਤਾਂ ਨਹੀਂ ਜਾਂਦੇ, ਸਾਰੀ ਉਮਰ ਕਾਲਜ ਨਹੀਂ ਜਾਂਦੇ। ਇੱਕ ਵਾਰ ਸਮਝ ਲੱਗ ਗਈ, ਉਸ ਤੋਂ ਬਾਅਦ ਅਸੀਂ ਜਿੱਥੇ ਮਰਜ਼ੀ ਉਹ ਕੰਮ ਕਰ ਸਕਦੇ। ਇਸੇ ਤਰ੍ਹਾਂ ਜਦੋਂ ਸਾਨੂੰ ਗੁਰੂ ਪਾਸੋਂ ਨਾਮ ਮਿਲ ਜਾਂਦਾ ਹੈ, ਗੁਰੂ ਪਾਸੋਂ ਸਾਨੂੰ ਵਿਧੀ ਮਿਲ ਜਾਂਦੀ ਹੈ, ਅਸੀਂ ਕਿਤੇ ਵੀ ਬੈਠ ਕੇ ਉਹਨਾਂ ਦੇ ਵਚਨਾਂ ਨੂੰ ਮੰਨ ਕੇ, ਉਹਨਾਂ ਦੇ ਰਸਤੇ ਨੂੰ ਜਾਣ ਕੇ, ਜੋ ਜੋ ਸਾਡੀਆਂ ਡਿਊਟੀਆਂ ਲਗਾਈਆਂ, ਜੋ ਮਰਿਆਦਾ ਦੱਸੀ ਹੈ, ਉਸ ਮਰਿਆਦਾ ਦੇ ਵਿੱਚ ਰਹਿ ਕੇ ਅਸੀਂ ਆਪਣੀਆਂ ਡਿਊਟੀਆਂ ਕੰਮ ਕਰੀਏ। ਕਿਸੇ ਚੀਜ਼ ਦੀ ਹੋਰ ਕਿਸੇ ਦੀ ਲੋੜ ਨਹੀਂ, ਸਾਰੇ ਕੰਮ ਸਾਰੇ ਪ੍ਰਵਾਨ। ਕਿਸੇ ਵੀ ਸੰਤ ਮਹਾਤਮਾ ਨੇ ਸਾਨੂੰ ਇਹ ਨਹੀਂ ਕਿਹਾ ਕਿ ਬਈ ਘਰ-ਬਾਰ ਛੱਡ ਕੇ ਕੋਈ ਜੰਗਲਾਂ ਪਹਾੜਾਂ ਤੇ ਚਲੇ ਜਾਓ ਜਾਂ ਕਾਰੋਬਾਰ ਛੱਡ ਦਿਓ। ਉਹਨਾਂ ਨੇ ਆਪ ਆ ਕੇ ਇੱਥੇ ਸਾਰੇ ਕੰਮ ਕਰਕੇ ਦਿਖਾਏ। ਜਿੰਨੇ ਗੁਰੂ ਪੀਰ ਹੋਏ, ਚਾਹੇ ਉਹ ਗੁਰੂ ਨਾਨਕ ਸਾਹਿਬ ਜੀ ਹੋਏ, ਕਬੀਰ ਸਾਹਿਬ ਜੀ ਹੋਏ, ਫਰੀਦ ਸਾਹਿਬ ਹੋਏ, ਰਵਿਦਾਸ ਜੀ ਹੋਏ, ਸਾਰਿਆਂ ਨੇ ਇੱਥੇ ਆ ਕੇ ਮਿਹਨਤ ਕੀਤੀ।
ਕਿਸੇ ਨੇ ਵਾਹੀ ਕੀਤੀ, ਕਿਸੇ ਨੇ ਜੋੜੇ ਗੰਡੇ, ਕਿਸੇ ਨੇ ਖੱਡੀਆਂ ਹੋਣੀਆਂ, ਸਾਰੇ ਕੰਮ ਕਰਕੇ ਆਪਣੇ ਧੀਆਂ ਪੁੱਤਰਾਂ ਦਾ ਪਾਲਣ ਪੋਸ਼ਣ ਵੀ ਕੀਤਾ ਤੇ ਨਾਲ ਨਿਆਰੇ ਦੇ ਨਿਆਰੇ। ਉਸੇ ਤਰ੍ਹਾਂ ਦੀ ਰਹਿਣੀ ਸਾਨੂੰ ਵੀ ਸਮਝਾਉਂਦੇ ਨੇ, ਸਮਝਾਉਂਦੇ ਨੇ ਦੇਸ਼ ਵਿੱਚ ਰਹਿਣਾ ਹੈ, ਸਾਰੇ ਕੰਮ ਕਰਨੇ ਨੇ, ਪਰ ਕਿਸ ਤਰ੍ਹਾਂ ਰਹਿਣਾ ਹੈ? ਜੈਸੇ ਜਲ ਮੇ ਕਮਲ ਨਿਰਾਲੇ, ਮੁਰਗਾਈ ਨਿਸ਼ਾਨੇ, ਸ਼ਬਦ ਸੁਰਤ ਭਵ ਸਾਗਰ ਤਰੀਏ, ਨਾਨਕ ਨਾਮ ਬਖਾਨੇ। ਜਿੱਦਾਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਰਹਿ ਕੇ ਵੀ ਵੱਖਰੇ ਦਾ ਵੱਖਰਾ ਰਹਿੰਦਾ ਹੈ, ਆਪਣੇ ਉੱਤੇ ਉਹਦਾ ਅਸਰ ਨਹੀਂ ਆਉਣ ਦਿੰਦਾ, ਇਸੇ ਤਰ੍ਹਾਂ ਅਸੀਂ ਸਾਰਿਆਂ ਨੇ ਇਸ ਦੇਸ਼ ਦੇ ਵਿੱਚ ਰਹਿੰਦੇ ਹਾਂ, ਸਾਰੇ ਕੰਮ ਕਾਰ ਕਰਦਿਆਂ ਹੋਇਆਂ ਇਹਦੀ ਮੈਲ ਨਹੀਂ ਆਪਣੇ ਉੱਤੇ ਲੱਗਣ ਦੇਣੀ, ਇਹਨਾਂ ਮੈਲਾਂ ਦੇ ਵਿੱਚ ਨਹੀਂ ਫਸ ਜਾਣਾ, ਆਪਣੇ ਆਪ ਨੂੰ ਨਿਰਾਲੇ ਰੱਖਣਾ ਕਿ ਅਸੀਂ ਉਸ ਪਰਮੇਸ਼ਵਰ ਦੇ, ਉਸ ਪਰਮਾਤਮਾ ਦੇ, ਉਸ ਵਾਹਿਗੁਰੂ ਦੇ, ਉਸ ਦੇ ਅੰਸ਼ ਹਾਂ। ਤੇ ਇਹਨੂੰ ਮੈਲਿਆਂ ਨਾ ਕਰਕੇ ਜਿਸ ਤਰ੍ਹਾਂ ਦਾ ਉਹਨੇ ਭੇਜਿਆ ਹੈ ਉਸੇ ਤਰ੍ਹਾਂ ਜੇ ਕੋਈ ਦਾਗ ਲੱਗਾ ਵੀ ਹੈ ਤੇ ਸਾਨੂੰ ਐਸੀ ਜੂਨੀ ਮਿਲੀ ਹੈ ਕਿ ਨਾਮ ਦੇ ਨਾਲ ਅਸੀਂ, ਉਸ ਸ਼ਬਦ ਦੇ ਨਾਲ ਅਸੀਂ ਸਾਰੀਆਂ ਮੈਲਾਂ ਉਤਾਰ ਸਕਦੇ। ਇਸ ਕਰਕੇ ਫਰਮਾਇਆ ਕਿ ਮਿਲ ਜਗਦੀਸ਼ ਮਿਲਨ ਕੀ ਬਰੀਆ। ਇਹ ਜਿਹੜਾ ਟਾਈਮ ਹੈ ਬਹੁਤ ਕੀਮਤੀ ਹੈ, ਇਹਦੇ ਤੋਂ ਫਾਇਦਾ ਲਿਆ ਜਾਏ। ਹਾਂਜੀ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਦੇ ਸੰਜਰੀਆ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰ ਉਪਾਇਆ, ਲੱਖ 84 ਜੋਨ ਪਰਮਾਇਆ। ਸਿਰਫ ਸਾਨੂੰ ਉਸ ਟਿਕਾਣੇ ਤੇ ਲਿਆਉਣਾ ਚਾਹੁੰਦੇ ਨੇ ਜਿੱਥੋਂ ਅਸੀਂ ਭਟਕ ਗਏ, ਜਿੱਥੋਂ ਅਸੀਂ ਭੁੱਲ ਗਏ। ਹੁਣ ਅਸੀਂ ਕਿਤੇ ਰਸਤੇ 'ਚ ਜਾ ਰਹੇ ਹਾਂ, ਅੱਗੇ ਚੁਰਾਇਆ ਆ ਗਿਆ, ਪਿੱਛੋਂ ਤਾਂ ਸੜਕ ਠੀਕ ਸੀ, ਠੀਕ ਹੀ ਬੋਰਡ ਪੜ੍ਹ ਕੇ ਤੇ ਅਸੀਂ ਆਪਣੇ ਮੰਜ਼ਿਲ ਵੱਲ ਚੱਲੇ ਸੀ, ਪਰ ਰਸਤੇ 'ਚ ਕੋਈ ਐਸਾ ਚੁਰਾਇਆ ਆਇਆ ਜਿਹਦੇ 'ਚ ਕਈ ਰਸਤੇ ਸੀ ਔਰ ਸਾਨੂੰ ਉੱਥੇ ਪਤਾ ਨਾ ਲੱਗਾ, ਜਾਣਾ ਜਿੱਧਰ ਸੀ ਉਧਰ ਨਾ ਗਏ, ਦੂਸਰੇ ਪਾਸੇ ਮੁੜ ਗਏ। ਔਰ ਕਈ ਮੀਲ ਸਫ਼ਰ ਕਰਨ ਤੋਂ ਬਾਅਦ ਦੇ ਵਿੱਚ ਕਿਸੇ ਨੇ ਦੱਸਿਆ ਕਿ ਇਹ ਤਾਂ ਰਸਤਾ ਗਲਤ ਹੈ, ਔਰ ਫਿਰ ਕਿੱਥੇ ਆਉਣਾ ਪੈਂਦਾ ਹੈ, ਫਿਰ ਉਸੇ ਹੀ ਚੁਰਾਹੇ ਤੇ ਵਾਪਸ ਆ ਕੇ ਫਿਰ ਉਹ ਸਹੀ ਰਸਤਾ ਜਿਹੜਾ ਫਿਰ ਫੜਿਆ ਜਾਂਦਾ। ਇਸੇ ਤਰ੍ਹਾਂ ਕਈ ਵਾਰ ਵਿਚਾਰਾਂ ਦੇ ਵਿੱਚ ਬਹਿ ਕੇ ਅਸੀਂ ਉਹਨਾਂ ਚੀਜ਼ਾਂ ਨੂੰ ਭੁੱਲ ਹੀ ਜਾਂਦੇ ਹਾਂ। ਬਚਨ ਤੇ ਇੱਕ ਹੀ ਉਹਨਾਂ ਦਾ, ਉਹਦੇ ਵਿੱਚ ਹੀ ਸਭ ਕੁਝ ਆ ਗਿਆ ਕਿ ਕਈ ਜਨਮ ਪਏ ਕੀਟ ਪਤੰਗਾ, ਕਿ ਪਤਾ ਨਹੀਂ ਕਿੰਨੇ ਕੁ ਜਨਮ, ਪਰ ਫਿਰ ਵੀ ਸਾਨੂੰ ਖੋਲ ਕੇ ਥੋੜਾ ਜਿਹਾ ਦੱਸ ਰਹੇ ਨੇ, ਫਰਮਾਉਂਦੇ ਨੇ ਕਈ ਜਨਮ ਸੈਲ ਗਿਰ ਕਿਰਿਆ, ਕਈ ਜਨਮ ਗਰਭ ਹਰ ਕਿਰਿਆ। ਕਹਿੰਦੇ ਕਈ ਜਨਮਾਂ ਦੇ ਵਿੱਚ ਪੱਥਰ ਬਣਿਆ। ਹੁਣ ਦੇਖੋ ਕੋਈ ਜੀਵ ਜਾਂ ਕੋਈ ਉਹਨਾਂ ਦੀ ਤਾਂ ਕੋਈ ਉਮਰ ਅਸੀਂ ਕਹਿ ਦਿੰਦੇ ਹਾਂ ਕਿ ਇਸ ਜੀਵ ਦੀ ਕੁਝ ਮਹੀਨੇ ਉਮਰ ਆ, ਇਹਦੀ ਕੁਝ ਸਾਲਾਂ ਦੀ ਏ। ਹੁਣ ਪੱਥਰ ਇੱਕ ਪਿਆ ਏ, ਪੱਥਰ ਦੀ ਪਤਾ ਹੀ ਨਹੀਂ ਕਿੰਨੇ ਸਾਲ ਹੈ, ਉਹ ਵੀ ਇੱਕ ਉਸੇ ਜੂਨੀ। ਕਹਿੰਦੇ ਕਦੀ ਤੂੰ ਪੱਥਰ ਬਣਿਆ ਔਰ ਕਦੀ ਗਿਰੀ, ਕਹਿੰਦੇ ਪਹਾੜ ਨੇ, ਕਹਿੰਦੇ ਕਦੀ ਤੂੰ ਪਹਾੜ ਬਣਿਆ, ਕਦੀ ਤੇ ਛੋਟਾ ਪੱਥਰ ਬਣ ਕੇ ਜਨਮ ਲੈ ਲਿਆ, ਲੇਕਿਨ ਕਈ ਜਨਮਾਂ 'ਚ ਐਡੇ ਵੱਡੇ ਪਹਾੜ ਬਣ ਗਿਆ। ਤੇ ਪਹਾੜਾਂ ਦੀ ਉਮਰ ਅਸੀਂ ਜਾਣਦੇ ਹਾਂ ਹਜ਼ਾਰਾਂ ਸਾਲ ਹੁੰਦੀ। ਹੁਣ ਉਸ ਕਲਾਸ ਦੇ ਵਿੱਚੋਂ ਲੰਘਦਿਆਂ ਕਿੰਨਾ ਟਾਈਮ ਲੱਗਾ? ਅਸੀਂ ਕਹਿ ਤਾਂ ਦਿੰਦੇ ਹਾਂ 84 ਲੱਖ ਜੂਨ, ਪਰ ਕਦੀ ਹਿਸਾਬ ਨਹੀਂ ਲਾਇਆ ਕਿ 84 ਲੱਖ ਜੂਨਾਂ ਦੇ ਵਿੱਚੋਂ ਨਿਕਲਦਿਆਂ ਟਾਈਮ ਕਿੰਨਾ ਲੱਗਦਾ, ਪਤਾ ਨਹੀਂ ਕਿੰਨੇ ਕੁ ਯੁੱਗ ਨਿਕਲ ਜਾਂਦੇ। ਸਾਨੂੰ ਜੇ ਸਾਰੀ ਪੂਰੀ ਪਿਕਚਰ ਉਸ ਚੀਜ਼ ਦੀ ਸਾਹਮਣੇ ਆਵੇ ਤੇ ਬੰਦਾ ਦੀ ਰੂਹ ਕੰਬ ਜਾਂਦੀ ਹੈ, ਬੰਦਾ ਸੋਚਦਾ ਕਿ ਠੀਕ ਹੈ ਵੀ ਆਹ ਸਮਾਂ ਜਿਹੜਾ ਹੈ ਨਹੀਂ ਮੈਂ ਨਹੀਂ ਕਰਨਾ।
ਅਸੀਂ ਕਿਤੇ ਜਾ ਰਹੇ ਹੋਈਏ, ਕੋਈ ਸਫ਼ਰ 5 ਘੰਟੇ ਦਾ ਹੋਵੇ, ਸਾਨੂੰ ਕਿਸੇ ਵੀ ਚੀਜ਼ ਕਰਕੇ ਰਸਤੇ ਦੇ ਵਿੱਚ ਕਈ ਦਿਨ ਲੱਗ ਜਾਣ, ਮਹੀਨੇ ਲੱਗ ਜਾਣ, ਤੇ ਜਦੋਂ ਅਸੀਂ ਉੱਥੋਂ ਨਿਕਲਾਂਗੇ ਤੇ ਫਿਰ ਇਹ ਨਹੀਂ ਫਿਰ ਵੇਖਾਂਗੇ ਪਿੱਛੇ ਨੂੰ। ਜਦੋਂ ਵੀ ਉਹ ਰਸਤਾ ਖੁੱਲੇਗਾ, ਬੰਦਾ ਕਹਿੰਦਾ ਕਿ ਮੈਂ ਦਵਾ ਦਵ ਹੁਣ ਮੰਜ਼ਿਲ ਤੇ ਪਹੁੰਚ ਜਾਵਾਂ, ਪਤਾ ਨਹੀਂ ਕਿੰਨੀ ਦੇਰ ਮੈਂ ਅੱਗੇ ਇੱਥੇ ਫਸਿਆ ਰਿਹਾ, ਜਲਦੀ ਜਲਦੀ ਆਪਣੀ ਮੰਜ਼ਿਲ ਤੇ ਪਹੁੰਚ ਕੇ ਮੈਂ ਆਪਣਾ ਕੰਮ ਕਰ ਲਵਾਂ। ਹੁਣ ਪਹਾੜਾਂ ਦੀ ਉਮਰ ਕਿੰਨੇ ਕਿੰਨੇ ਹਜ਼ਾਰਾਂ ਸਾਲ ਜਿਹੜੇ ਆ ਉੱਥੇ ਟਿਕੇ ਰਹਿੰਦੇ ਨੇ, ਲੇਕਿਨ ਇਹ ਵੀ ਸਾਰੇ ਖਤਮ ਹੁੰਦੇ। ਬਾਣੀ ਦੇ ਵਿੱਚ ਹਰ ਇੱਕ ਦੀ ਉਹਨਾਂ ਨੇ ਦੱਸਿਆ ਹੈ ਕਿ ਇਹਨਾਂ ਦੀ ਉਮਰ ਹੈ, ਹਰ ਇੱਕ ਉਮਰ ਦੇ ਨਾਲ ਇਹ ਹਰ ਚੀਜ਼ ਖਤਮ ਹੁੰਦੀ ਹੈ। ਦੁਨੀਆ 'ਚ ਜੋ ਕੁਝ ਅਸੀਂ ਅੱਖਾਂ ਨਾਲ ਦੇਖ ਰਹੇ ਹਾਂ, ਜੋ ਕੁਝ ਵੀ ਦੇਖ ਰਹੇ ਹਾਂ, ਸਭ ਕੁਝ ਨਾਸ਼ਵਾਨ ਹੈ, ਸਭ ਕੁਝ ਨਾਸ਼ ਹੋ ਜਾਂਦਾ। ਇਸ ਕਰਕੇ ਫਰਮਾਇਆ ਕਿ ਕਈ ਜਨਮ ਸੈਲ ਗਰ ਕਰਿਆ, ਕਈ ਜਨਮ ਗਰਭ ਹਰ ਕਰਿਆ। ਕਹਿੰਦੇ ਕਈ ਤੇ ਹਜ਼ਾਰਾਂ ਸਾਲ ਉਸ ਜੂਨ 'ਚ ਰਹੇ, ਔਰ ਕਈ ਜਨਮ ਇੰਨੇ ਛੋਟੇ ਕਿ ਕੁਝ ਟਾਈਮ, ਕਹਿੰਦੇ ਹਜੇ ਅਸੀਂ ਸੰਸਾਰ ਵੇਖਿਆ ਹੀ ਨਹੀਂ, ਔਰ ਮਾਤਾ ਦੇ ਗਰਭ ਦੇ ਵਿੱਚ ਹੀ ਉਹ ਕੋਈ ਥੋੜਾ ਜਿਹਾ ਟਾਈਮ ਮਿਲਿਆ, ਕੋਈ ਲੈਣਾ ਦੇਣਾ ਸੀ, ਔਰ ਉੱਥੇ ਹੀ ਉਹ ਸਮਾਪਤੀ ਹੋ ਗਈ। ਸੰਸਾਰ ਦੇ ਵਿੱਚ ਆਉਣਾ ਵੀ ਜਿਹੜਾ ਸੀ ਉਹ ਨਹੀਂ ਮਿਲਿਆ, ਪਰ ਉਹ ਵੀ ਇੱਕ ਉਹੀ ਜਿਹੜੀ ਜੂਨ ਸੀ। ਲੇਕਿਨ ਅਸੀਂ ਸੋਚਦੇ ਹਾਂ ਕਿ ਸ਼ਾਇਦ ਅੱਖਾਂ ਖੋਲ੍ਹਣੀਆਂ ਬਾਹਰ ਤੇ ਇਹੋ ਹੀ ਜਨਮ ਹੈ, ਪਰ ਸਤਿਗੁਰ ਸੰਤ ਜਿਨ੍ਹਾਂ ਨੇ ਸਭ ਕੁਝ ਦੇਖਿਆ ਹੈ, ਉਹਨਾਂ ਦੀ ਬਾਣੀ ਸਾਨੂੰ ਦੱਸ ਰਹੀ ਹੈ ਕਿ ਨਹੀਂ, ਬਹੁਤ ਕੁਛ ਹੈ। ਇਸ ਕਰਕੇ ਕੀ ਫਰਮਾਉਂਦੇ ਨੇ, ਕਈ ਜਨਮ ਸਾਖ ਕਰ ਉਪਾਇਆ। ਇਹ ਬਨਸਪਤੀ ਜਿੰਨੇ ਅਸੀਂ ਦੇਖਦੇ ਹਾਂ, ਦਰਖਤ ਦੇਖਦੇ ਹਾਂ, ਛੋਟੇ ਛੋਟੇ ਪੌਦੇ ਦੇਖਦੇ ਹਾਂ, ਕਹਿੰਦੇ ਕਈ ਵਾਰ ਤੂੰ ਛੋਟੀ ਛੋਟੀਆਂ ਬਨਸਪਤੀਆਂ ਬਣ ਕੇ ਹੋਇਆ, ਔਰ ਕਈ ਵਾਰ ਜੰਗਲਾਂ ਦੇ ਵਿੱਚ ਐਸੇ ਦਰਖਤਾਂ ਦਾ ਜਨਮ ਤੈਨੂੰ ਮਿਲਿਆ ਜਿਨ੍ਹਾਂ ਦੀ ਫਿਰ ਹਜ਼ਾਰਾਂ ਵਰਸ਼ ਜੰਗਲਾਂ 'ਚ ਚੱਲ ਜਾਈਏ, ਬੜੇ ਬੜੇ ਪੁਰਾਣੇ ਦਰਖਤ ਨੇ, ਹਜ਼ਾਰਾਂ ਸਾਲ ਉੱਥੇ ਦੇ ਉੱਤੇ ਹੀ ਖੜੇ ਰਹਿੰਦੇ ਨੇ, ਨਾ ਵਿਚਾਰੇ ਕੋਈ ਕਰਮ ਕਰ ਸਕਦੇ ਨੇ, ਬਸ ਉਹ ਜੂਨ ਭੋਗ ਰਹੇ ਨੇ, ਖੜੇ ਨੇ, ਕੁਛ ਵੀ ਨਹੀਂ, ਨਾ ਕਿਤੇ ਜਾ ਸਕਦੇ ਨੇ, ਨਾ ਆ ਸਕਦੇ ਨੇ, ਚਾਹੇ ਧੁੱਪ ਆ, ਬਾਰਿਸ਼ ਆ, ਜੋ ਮਰਜ਼ੀ ਆਉਂਦਾ ਏ। ਉਹਨਾਂ ਨੇ ਕਈ ਕੁਝ ਦੇਖਿਆ, ਪਰ ਉਤੋਂ ਨਾ ਹਿੱਲ ਸਕਦੇ ਨੇ, ਜਿੰਨਾ ਉਹਨਾਂ ਨੂੰ ਟਾਈਮ ਹੈ ਉਹ ਉਹਨਾਂ ਨੂੰ ਭੋਗਣਾ ਹੀ ਪੈਂਦਾ। ਤੇ ਫਰਮਾਇਆ ਕਈ ਜਨਮ ਸਾਖ ਕਰ ਉਪਾਇਆ, 184 ਜੋਨ ਪਰਮਾਇਆ। ਕਹਿੰਦੇ ਇਸ ਤਰ੍ਹਾਂ ਦੀਆਂ, ਇਹ ਤਾਂ ਮੈਂ ਕੁਛ ਹੀ ਦੱਸੀਆਂ ਨੇ, ਇਸ ਤਰ੍ਹਾਂ ਦੀਆਂ ਕਈ ਲੱਖਾਂ ਜੋਨਾਂ ਨੇ ਜਿਹਦੇ ਵਿੱਚੋਂ ਤੋਂ ਨਿਕਲ ਕੇ ਤੇ ਅੱਜ ਇਨਸਾਨ ਦੇ ਝੋਲੇ ਵਿੱਚ ਆਇਆ। ਹੁਣ ਜੇ ਇਹ ਮਿਲੀ ਏ ਤੇ ਹੁਣ ਇਹਦੀ ਕਦਰ ਕਰਨੀ। ਕਦਰ ਇਹ ਨਹੀਂ ਹੈ ਕਿ ਅਸੀਂ ਘੁੰਮ ਫਿਰ ਕੇ ਜਾਂ ਬੜਾ ਕੁਝ ਜੋ ਮਰਜ਼ੀ ਸੰਸਾਰ 'ਚ ਕਰ ਲਈਏ, ਕੋਈ ਚੀਜ਼, ਕਈ ਵਾਰ ਅਸੀਂ ਬੱਚੇ ਬਣੇ, ਕਈ ਵਾਰ ਮਾਂ ਪਿਓ ਬਣੇ, ਕਈ ਵਾਰ ਭੈਣ ਭਰਾ ਬਣੇ, ਆਪਣੇ ਉਹ ਜਿਹੜੇ ਕਰਮਾਂ ਦਾ ਲੈਣ ਦੇਣ ਅਸੀਂ ਚੱਲੀ ਜਾ ਰਹੇ ਹਾਂ। ਲੇਕਿਨ ਜਦੋਂ ਤੱਕ ਇਹ ਜਨਮ ਮਰਨ ਦੇ ਗੇੜ 'ਚੋਂ ਨਿਕਲਦਾ ਨਹੀਂ, ਉਦੋਂ ਤੱਕ ਇਹ ਪੂਰਨ ਸੁਖੀ ਨਹੀਂ ਹੋ ਸਕਦਾ। ਕਿਸੇ ਵੀ ਜੂਨ ਦੇ ਵਿੱਚ ਆ ਜਾਵੇ, ਮਨੁੱਖ ਦਾ ਚੋਲਾ ਜਿਹੜਾ ਵਾ, ਮਨੁੱਖ ਦੀ ਜੂਨੀ ਜਿਹੜੀ ਸਭ ਤੋਂ ਉੱਤਮ ਦੱਸੀ ਗਈ ਹੈ, ਪਰ ਮਨੁੱਖ ਦੀ ਜੂਨੀ 'ਚ ਦੇਖ ਲਈਏ ਕਿੰਨੇ ਕੁ ਸੁੱਖ ਹੈਗੇ ਨੇ। ਕਿਹੜਾ ਮਨੁੱਖ ਹੈ ਜਿਹੜਾ ਪਰਮ ਸੁਖੀ ਹੈ? ਬੜੇ ਦੁੱਖ ਨੇ ਇਹਦੇ ਵਿੱਚ, ਕਿਉਂਕਿ ਜਿਸ ਦੇਸ਼ ਦੇ ਵਿੱਚ ਇਹ ਜਿਹੜਾ ਚੱਕਰ ਚੱਲ ਰਿਹਾ ਹੈ, ਉਹਦੇ ਬਾਰੇ ਸਵਾਮੀ ਜੀ ਨੇ ਫਰਮਾਇਆ ਹੈ ਕਿ ਇਹ ਜਿਹੜਾ ਦੇਸ਼ ਹੈ, ਇਹ ਜਿਹੜਾ ਧਾਮ ਹੈ, ਤਜੋ ਮਨ ਇਹ ਦੁੱਖ ਸੁੱਖ ਦਾ ਧਾਮ, ਲਗੋ ਤੁਮ ਜਾਏ ਅਬ ਸਤਨਾਮ। ਕਹਿੰਦੇ ਸੱਚੇ ਨਾਮ ਦੇ ਨਾਲ ਜਾ ਕੇ ਮਿਲੋ। ਇੱਥੇ ਜਿਹੜਾ ਵਾ ਇਹ ਨਾ ਸੌਖੀ ਹੈ ਤੇ ਨਾ ਹੀ ਦੁਖੀ ਹੈ, ਹਰ ਕੋਈ ਕਰਮਾਂ ਦਾ ਲੈਣ ਦੇਣ ਕਰਕੇ ਚੱਲ ਰਿਹਾ ਹੈ। ਕੁਛ ਕਦੀ ਦੁੱਖ ਆ ਜਾਂਦੇ ਨੇ, ਕਦੀ ਸੁੱਖ ਆ ਜਾਂਦੇ ਨੇ। ਨਾ ਦੁੱਖ ਸਾਰਾ ਸਮਾਂ ਰਹਿਣੇ ਆ ਤੇ ਨਾ ਸਾਰਾ ਸਮਾਂ ਸੁੱਖ ਹੀ ਰਹਿਣਾ। ਭਾਵੇਂ ਕੋਈ ਰਾਜੇ ਮਹਾਰਾਜੇ ਹੋਏ, ਭਾਵੇਂ ਕਿਸੇ ਵੀ ਉਹਦੇ ਵਿੱਚ ਹੋਏ, ਲੇਕਿਨ ਕਿਸੇ ਨੂੰ ਵੀ ਇੱਕੋ ਜਿਹੀ ਸਥਿਰਤਾ ਨਹੀਂ ਰਹੀ। ਇਹ ਡਾਵਾਂਡੋਲ ਦਾ ਦੇਸ਼ ਹੈ, ਡਾਵਾਂਡੋਲੀ ਇੱਥੇ ਬਣੀ ਹੀ ਰਹਿੰਦੀ ਹੈ। ਇਸ ਕਰਕੇ ਕਈ ਜੂਨਾਂ 'ਚ ਭਰਮਦੇ ਆਏ ਆ, ਲੇਕਿਨ ਫਰਮਾਉਂਦੇ ਨੇ ਕਿ ਜਿਹੜੀ ਹੁਣ ਜਨਮ ਮਿਲਿਆ ਹੈ, ਜਿਸ ਤਰ੍ਹਾਂ ਸਵਾਮੀ ਉਹ 'ਚ ਬਾਣੀ 'ਚ ਫਰਮਾਇਆ ਉਹਨਾਂ ਨੇ ਕਿ ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਅਰਜ਼ ਕੀਤੀ ਕਿ ਸਤਿਗੁਰੂ ਜੀ ਪਤਾ ਨਹੀਂ ਕਦੋਂ ਦੇ ਵਿਛੜੇ ਆ, ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ ਵਿਛੜਿਆਂ ਨੂੰ, ਪਰ ਹੁਣ ਕਿਰਪਾ ਕੀਤੀ ਹੈ, ਤੁਸੀਂ ਸਮਝ ਲੱਗੀ ਹੈ, ਸਤਿਗੁਰਾਂ ਦੇ ਵਚਨ ਮਿਲ ਗਏ, ਮੇਲ ਹੋ ਗਿਆ ਗੁਰੂ ਨਾਲ ਤੇ ਸਮਝ ਆ ਗਈ, ਤੇ ਹੁਣ ਇਹ ਜਿਹੜਾ ਜਨਮ ਹੈ ਇਹ ਹੁਣ ਕਿਸੇ ਦੇ ਹੋਰ ਦੇ ਨਹੀਂ। ਸੰਸਾਰ 'ਚ ਕੋਈ ਵੀ ਕੰਮ ਕਹਿੰਦੇ ਮੇਰਾ ਕੋਈ ਜ਼ਰੂਰੀ ਨਹੀਂ ਹੈ, ਇਹ ਸਾਰੇ ਜਿੰਨੇ ਵੀ ਹੈ ਸਭ ਚੱਲੀ ਜਾਣੇ। ਅਸੀਂ ਦੇਖਦੇ ਹਾਂ ਰੋਜ਼ ਲੱਖਾਂ ਲੋਕ ਜਨਮ ਲੈਂਦੇ ਨੇ ਤੇ ਲੱਖਾਂ ਹੀ ਇੱਥੋਂ ਚਲੇ ਜਾਂਦੇ ਨੇ, ਲੇਕਿਨ ਸੰਸਾਰ ਚੱਲੀ ਜਾ ਰਿਹਾ। ਅਸੀਂ ਫਿਕਰ ਕਰਦੇ ਹਾਂ, ਟੈਨਸ਼ਨਾਂ ਕਰਦੇ ਹਾਂ, ਬਹੁਤ ਕੁਝ ਕਰਦੇ ਹਾਂ, ਲੇਕਿਨ ਕਈ ਐਸੇ ਦੇਖਦੇ ਹਾਂ ਕਿ ਛੋਟੇ ਛੋਟੇ ਬੱਚੇ ਜਿਹੜੇ ਆ ਉਹਨਾਂ ਦੇ ਵੱਡੇ ਮਾਂ ਪਿਓ ਛੱਡ ਕੇ ਚਲੇ ਜਾਂਦੇ ਨੇ। ਲੋਕੀ ਕਹਿੰਦੇ ਨੇ ਕੀ ਬਣੂਗਾ ਇਹਨਾਂ ਦਾ, ਕੀ ਬਣੇਗਾ, ਪਲਦੇ ਨੇ।
ਚੱਲਦੇ ਨੇ ਅੱਗੇ, ਐਸੀ ਕੋਈ ਗੱਲ ਨਹੀਂ ਹੈਗੀ। ਕਿਸੇ ਤੋਂ ਬਗੈਰ ਨਹੀਂ ਸੰਸਾਰ ਰੁਕਦਾ। ਠੀਕ ਹੈ, ਮੋਹ ਦੇ ਨਾਤਿਆਂ ਦੇ ਨਾਲ ਉਹਨਾਂ ਨੂੰ ਦੁੱਖ ਜ਼ਰੂਰ ਹੁੰਦਾ ਹੈ, ਲੇਕਿਨ ਰੁਕਿਆ ਨਹੀਂ ਕਦੀ ਵੀ। ਹਰ ਕੋਈ ਆਪਣੇ ਆਪਣੇ ਕਰਮ ਲੈ ਕੇ ਆਇਆ, ਉਸ ਤਰੀਕੇ ਨਾਲ ਉਹਨੂੰ ਸਭ ਕੁਝ ਮਿਲੀ ਜਾ ਰਿਹਾ। ਇਸ ਲਈ ਇਹਨਾਂ ਚੀਜ਼ਾਂ ਦੇ ਵਿੱਚੋਂ ਮੇਨ ਚੀਜ਼ ਜਿਹੜੀ ਕਿਹੜੀ ਹੈ ਕਿ ਬਈ ਇਹ ਸੰਸਾਰ ਤੇ ਇਸੇ ਤਰ੍ਹਾਂ ਹੀ ਚੱਲਣਾ ਹੈ। ਅਸੀਂ ਆਪਣਾ ਕਰਮ ਭੋਗਣ ਵਾਸਤੇ ਆਏ ਹਾਂ। ਅਸੀਂ ਆਪਣਾ ਕੰਮ ਕਰਕੇ ਜਿਹੜਾ ਸਾਡੀ ਡਿਊਟੀ ਲੱਗੀ ਹੈ ਉਹ ਕਰ ਲਈਏ, ਤੇ ਬਈ ਅਸੀਂ ਇਸ ਜਾਲ ਚੋਂ ਨਿਕਲ ਗਏ, ਤੇ ਬਈ ਸਾਡੇ ਵਾਸਤੇ ਸਾਰਾ ਕੁਝ ਮੁਕਤ ਹੈ। ਸਾਰਾ ਸੰਸਾਰ ਸੁਖੀ ਹੋਵੇ, ਪਰ ਸਾਨੂੰ ਕੋਈ ਦੁੱਖ ਹੋਵੇ ਤੇ ਸਾਨੂੰ ਇਦਾਂ ਲੱਗਦਾ ਹੈ ਕਿ ਨਹੀਂ, ਸਾਰੇ ਪਾਸੇ ਦੁੱਖ ਹੀ ਦੁੱਖ ਹੈ। ਜੇ ਅਸੀਂ ਸੁਖੀ ਹਾਂ ਤੇ ਫਿਰ ਬਾਕੀਆਂ, ਫਿਰ ਬੰਦਾ ਕਹਿੰਦਾ ਨਾ ਕੋਈ ਫਿਕਰ ਨਹੀਂ ਕਿਸੇ ਦੀ। ਇਸ ਲਈ ਇੱਥੇ ਕੋਈ ਵੀ ਕਿਸੇ ਨੂੰ ਨਾ ਕੁਛ, ਕਿਸੇ ਕੋ ਕੋਈ ਲੈ ਸਕਦਾ ਹੈ, ਨਾ ਕਿਸੇ ਨੂੰ ਕੁਛ ਦੇ ਸਕਦਾ ਹੈ। ਕਰਮਾਂ ਦਾ ਸਾਰਾ ਹਿਸਾਬ ਦਾ ਅਸੀਂ ਬਸ ਲੱਗੇ ਰਹਿੰਦੇ ਹਾਂ ਜ਼ਰੂਰ ਇਹਨਾਂ ਚੱਕਰ 'ਚ ਪੈ ਕੇ। ਪਰ ਜੇ ਸਤਿਗੁਰਾਂ ਦੇ ਬਚਨਾਂ ਤੇ ਵਿਸ਼ਵਾਸ ਭਰੋਸਾ ਆ ਗਿਆ, ਫਿਰ ਅਸੀਂ ਟਾਈਮ ਖਰਾਬ ਨਹੀਂ ਕਰਾਂਗੇ। ਸਾਰੇ ਕੰਮ ਕਰਦਿਆਂ ਉਸ ਵਾਹਿਗੁਰੂ ਪਰਮੇਸ਼ਵਰ ਸਤਿਗੁਰੂ ਦਾ ਨਾਮ ਜਪਾਂਗੇ, ਔਰ ਬਈ ਕੋਈ ਵੀ ਚੀਜ਼ ਸਾਨੂੰ ਇੱਥੇ ਰੋਕ ਨਹੀਂ ਸਕਦੀ। ਹਾਂਜੀ। ਸਾਧ ਸੰਗ ਭਇਓ ਜਨਮ ਪਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤਿ, ਤਿਆਗ ਮਾਨ ਝੂਠ ਅਭਿਮਾਨ, ਜੀਵਤ ਮਰੇ ਦਰਗਹਿ ਪਰਵਾਨ। ਹੁਣ ਇਹ ਵੀ ਚੀਜ਼ ਮਨ ਚ ਆਉਂਦੀ ਏ ਕਿ ਇੰਨੀਆਂ ਜੂਨਾਂ ਦੇ ਵਿੱਚੋਂ ਨਿਕਲਦੇ ਤੇ ਇਹ ਮਨੁੱਖ ਚੋਲਾ ਕਿਸ ਤਰ੍ਹਾਂ ਮਿਲਿਆ। ਹੋ ਸਕਦਾ ਹੈ ਕਿ ਕੋਈ ਇਸੇ ਤਰ੍ਹਾਂ ਦਾ ਹੋਵੇ ਕਿ ਬਈ ਇਸ ਤੋਂ ਬਾਅਦ ਆ ਤੇ ਕਰਦਿਆਂ ਕਈ ਜੂਨਾਂ ਭੁਗਤ ਕੇ ਫਿਰ ਮਨੁੱਖ ਚੋਲਾ ਆ ਗਿਆ, ਲੇਕਿਨ ਨਹੀਂ। ਸੰਤ ਜੋ ਦੱਸਦੇ ਨੇ ਉਹਨਾਂ ਦਾ ਉਹ ਤਜਰਬਾ ਹੈ, ਅਸੀਂ ਆਪਣੇ ਅੰਦਾਜ਼ੇ ਲਗਾਉਂਦੇ ਰਹਿੰਦੇ ਹਾਂ। ਹੁਣ ਕਈ ਪਹਾੜ, ਕਈ ਦਰਖਤ, ਕਈ ਕਿੰਨੀ ਦੇਰ ਹੋ ਗਈ ਏ ਤੇ ਉੱਥੇ ਦੇ ਉੱਤੇ ਹੀ ਖੜੇ ਨੇ, ਪਤਾ ਨਹੀਂ ਸਾਨੂੰ ਕਿਸ ਚੀਜ਼ ਦਾ। ਕਾਲ ਦਾ ਜਾਲ ਇੰਨਾ ਕਿ ਜਿਹੜਾ ਉਹਨੇ ਉਲਝਣ ਬਣਾਈ ਏ ਕਿ ਕੋਈ ਇਥੋਂ ਨਿਕਲ ਹੀ ਨਹੀਂ ਸਕਦਾ, ਬੜੀ ਮੁਸ਼ਕਿਲ ਹੈ। ਲੇਕਿਨ ਉਹਨਾਂ ਨੇ ਭੇਦ ਖੋਲਿਆ, ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਸਾਨੂੰ ਇਹ ਮਨੁੱਖ ਚੋਲਾ ਮਿਲਿਆ, ਇਹ ਅਵਸਰ ਜਿਹੜਾ ਮਿਲਿਆ ਇਹ ਕਿੱਦਾਂ ਮਿਲਿਆ। ਇੱਥੇ ਕੋਈ ਛੋਟੇ ਅਸੀਂ ਕਈ ਕਰਵਾਉਣੇ ਹੁੰਦੇ ਨੇ, ਅਸੀਂ ਕਹਿੰਦੇ ਆ ਕਿ ਜੇ ਉੱਦਾਂ ਦੇਖੀਏ ਤੇ ਹੁੰਦੇ ਹੀ ਨਹੀਂ ਉਹ। ਅਸੀਂ ਕਹਿੰਦੇ ਜੀ ਕਿਸੇ ਦੀ ਫਰਮਾਇਸ਼ ਪਵਾਈਏ, ਕਿਸੇ ਉੱਚ ਅਧਿਕਾਰੀ ਦੇ ਨਾਲ ਗੱਲ ਕਰਾਂਗੇ, ਫਿਰ ਸਾਡੀ ਵਾਰੀ ਆਉਣੀ ਹੈ। ਇਸ ਤਰ੍ਹਾਂ ਤੇ ਕਦੋਂ ਦੀਆਂ ਲੱਗੀਆਂ ਨੇ, ਵਾਰੀ ਨਹੀਂ ਆ ਰਹੀ। ਹੁਣ ਜਿਹੜਾ ਸਿਸਟਮ, ਇਹਦੇ ਬਾਰੇ ਜਦੋਂ ਅਸੀਂ ਵਿੱਚ ਗਹਿਰਾਈ 'ਚ ਜਾਵਾਂਗੇ ਫਿਰ ਸਮਝ 'ਚ ਲੱਗਦੀ ਹੈ। ਬੜੇ ਬਚਨ ਨੇ ਉਹਨਾਂ ਦੇ, ਕਈ ਵਾਰ ਤਾਂ ਪਹਿਲਾਂ ਸੁਣਦੇ ਤਾਂ ਉਲਝਣ ਜੀ ਪੈਦਾ ਹੋ ਜਾਂਦੀ ਹੈ, ਲੇਕਿਨ ਜਿਸ ਤਰ੍ਹਾਂ ਉਲਝਣ ਕਦੋਂ ਪੈਦਾ ਹੁੰਦੀ ਹੈ, ਜਦ ਇਸ ਤਰ੍ਹਾਂ ਕੋਈ ਪਿਕਚਰ ਬਣੀ ਹੈ, ਕੋਈ 3 ਘੰਟੇ ਦੀ ਪਿਕਚਰ ਹੋਵੇ, ਅਸੀਂ ਵਿਚਕਾਰੋਂ ਜੇ ਕੋਈ ਸੀਨ 2-4 ਦੇਖ ਲੈਂਦੇ ਹਾਂ, 2-4 ਲਾਸਟ ਤੋਂ ਦੇਖ ਲੈਂਦੇ ਹਾਂ, ਸਮਝ ਨਹੀਂ ਲੱਗਦੀ ਕਿ ਕੀ ਹੈ, ਕੀ ਸਟੋਰੀ ਕੀ ਚੱਲਦੀ। ਜਦੋਂ ਅਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰੀ ਚੀਜ਼ ਦੇਖਦੇ ਹਾਂ, ਫਿਰ ਸਾਨੂੰ ਸਮਝ ਆਉਂਦਾ ਕਿ ਹਾਂ ਬਈ ਆਹ ਗੱਲ ਹੈ, ਪਤਾ ਲੱਗ ਜਾਂਦਾ ਕਿ ਇੱਕ ਤੋਂ ਬਾਅਦ ਇੱਕ ਸੀਨ ਕਿੱਦਾਂ ਕੀ ਚੱਲਦੇ। ਹੁਣ ਸਤਿਗੁਰੂ ਫਰਮਾਉਂਦੇ ਨੇ ਕਿ ਇਹ ਜਿਹੜੀਆਂ ਜੂਨਾਂ ਚੋਂ ਕਿਸ ਤਰ੍ਹਾਂ ਨਿਕਲ ਹੋਣਾ, ਕਿ ਸਾਧ ਸੰਗ ਭਇਓ ਜਨਮ ਪ੍ਰਾਪਤ। ਕਹਿੰਦੇ ਕਿਸੇ ਮਹਾਂਪੁਰਖ ਜਾਂ ਕੋਈ ਸਤਿਗੁਰ ਸੰਤ ਜਿਹੜੇ, ਉਹਨਾਂ ਦਾ ਕਿਤੇ ਸੰਗ ਹੋ ਗਿਆ ਤੇ ਇਹ ਜਿਹੜਾ ਮਨੁੱਖ ਚੋਲਾ ਮਿਲ ਗਿਆ। ਬੜੀ ਜਗ੍ਹਾ ਸਾਖੀਆਂ ਦੇ ਵਿੱਚ ਇਹ ਚੀਜ਼ ਆਈ, ਜਿਸ ਤਰ੍ਹਾਂ ਰਾਮ ਜੀ ਨੇ ਉਹਨਾਂ ਨੇ ਕਿਹਾ ਕਿ ਕੋਈ ਹੱਲਿਆਂ ਨੂੰ ਪੈਰ ਲਾ ਕੇ ਤੋਂ ਕਰ ਦਿੱਤਾ। ਇਸੇ ਤਰ੍ਹਾਂ ਸਤਿਗੁਰਾਂ ਨੇ ਕਈ ਵਾਰੀ ਦੱਸਣਾ ਕਿ ਬਈ ਜਦੋਂ ਸੰਤ ਮਹਾਤਮਾ ਜਦੋਂ ਦਇਆ ਕਰਦੇ ਨੇ, ਕਿਰਪਾ ਕਰਨੀ ਹੁੰਦੀ ਏ, ਤੇ ਉਹ ਕੋਈ ਵੀ ਬਹਾਨਾ ਬਣਾ ਲੈਂਦੇ ਨੇ। ਕਿਸੇ ਵੀ ਜਗ੍ਹਾ ਤੇ ਕਿਸੇ ਦਰਖਤ ਦੇ ਥੱਲੇ ਬੈਠ ਕੇ, ਉਹਦੀ ਛਾਂ ਦੇ ਥੱਲੇ ਬੈਠ ਕੇ ਉਹਨਾਂ ਦੀ ਮੌਜ ਆਈ ਤੇ ਉਹਦੀ ਮੁਕਤੀ ਕਰ ਦਿੱਤੀ।
ਕਿਸੇ ਤੋਂ ਕੋਈ ਟਹਿਣੀ ਫਲ ਕੋਈ ਪੱਤਾ ਤੋੜ ਕੇ ਮੂੰਹ 'ਚ ਪਾ ਲਿਆ ਤਾਂ ਵੀ ਉਹ ਉੱਤੇ ਕਿਰਪਾ ਕਰ ਦਿੱਤੀ, ਉਹਨੂੰ ਛੁਡਾ ਦਿੱਤਾ ਉੱਥੋਂ। ਗੱਲ ਤੇ ਦਇਆ ਦੀ ਉਹਨਾਂ ਦੀ, ਕਿਸੇ ਤਰ੍ਹਾਂ ਕੋਈ ਚੀਜ਼ ਵੀ ਮਨਜ਼ੂਰ ਕਰ ਲੈਣ, ਛੋਟੀ ਜਿਹੀ ਚੀਜ਼ ਕਈ ਵਾਰੀ ਮਨਜ਼ੂਰ ਕਰਕੇ ਤੇ ਉਹ ਕਈ ਚੀਜ਼ਾਂ ਬਖਸ਼ ਦਿੰਦੇ ਨੇ ਸਾਨੂੰ। ਇਸੇ ਤਰ੍ਹਾਂ ਫਰਮਾਇਆ ਕਿ ਕੋਈ ਸੰਗ ਇਸ ਤਰ੍ਹਾਂ ਦਾ ਬਣਿਆ, ਕੋਈ ਉਹਨਾਂ ਦੀ ਕਿਰਪਾ ਹੋਈ, ਸਾਧ ਸੰਗ ਪਿਓ ਜਨਮ ਪ੍ਰਾਪਤ ਕਰ ਸੇਵਾ ਭਜ ਹਰ ਹਰ ਗੁਰਮਤਿ। ਕਹਿੰਦੇ ਕੋਈ ਸਾਧੂ ਸੰਗ, ਕੋਈ ਸਾਧ ਸੰਗ ਮਿਲਿਆ ਜਿਹਦੇ ਨਾਲ ਇਹ ਸਾਨੂੰ ਸ਼ੁਭ ਕਰਮ ਬਣ ਗਿਆ ਔਰ ਸਾਨੂੰ ਇਹ ਮਨੁੱਖ ਚੋਲਾ ਮਿਲ ਗਿਆ। ਹੁਣ ਜੇ ਮਨੁੱਖ ਚੋਲਾ ਮਿਲਿਆ ਹੈ ਤੇ ਫਰਮਾਇਆ ਕਰ ਸੇਵਾ। ਹੁਣ ਇਹਨੂੰ ਬਾਕੀ ਕੰਮਾਂ 'ਚ ਨਾ ਗਵਾਈਏ। ਕਰ ਸੇਵਾ ਭਜ ਹਰ ਹਰ ਗੁਰਮਤਿ। ਹੁਣ ਭਜਦੇ ਤਾਂ ਸਾਰੇ ਪਏ, ਮਤਲਬ ਭਜਨ ਜਾਂ ਯਾਦ ਤਾਂ ਅਸੀਂ ਸਾਰੇ ਕਰ ਰਹੇ ਹਾਂ। ਕੋਈ ਕਿਸੇ ਨਾਮ ਨਾਲ ਕਰ ਰਿਹਾ, ਕੋਈ ਕਿਸੇ ਨਾਮ ਨਾਲ ਕਰ ਰਿਹਾ, ਪਰ ਕਰ ਤੇ ਉਸੇ ਪਰਮਾਤਮਾ ਨੂੰ ਯਾਦ ਰਹੇ। ਨਾਮ ਅਲੱਗ ਨਾਲ ਪਿਆਰ ਨਾਲ ਕਈ ਰੱਖੇ ਨੇ ਉਹਨਾਂ ਦੇ, ਪਰ ਐਸਾ ਤਾਂ ਨਹੀਂ ਹੈ ਕਿ ਕੋਈ ਉਹ 2 4 5 ਨੇ, ਹੈ ਤਾਂ ਇੱਕ ਹੀ ਹੈ। ਸਾਰੇ ਆਪਣੇ ਆਪਣੇ ਤਰੀਕੇ ਦੇ ਨਾਲ ਉਹਨੂੰ ਯਾਦ ਕਰ ਰਹੇ ਨੇ। ਲੇਕਿਨ ਸਤਿਗੁਰ ਕੀ ਫਰਮਾਉਂਦੇ ਨੇ, ਕਿੱਦਾਂ ਯਾਦ ਕਰਨਾ? ਆਪਣੀ ਮਰਜ਼ੀ ਨਾਲ ਨਹੀਂ, ਆਪਣੇ ਹਿਸਾਬ ਨਾਲ ਨਹੀਂ। ਫਰਮਾਇਆ ਕਿ ਕਰ ਸੇਵਾ ਭਜ ਹਰ ਹਰ ਗੁਰਮਤਿ। ਕਹਿੰਦੇ ਗੁਰੂ ਦੀ ਮੱਤ ਲੈ ਕੇ, ਕਿਉਂਕਿ ਬਾਣੀ 'ਚ ਬਹੁਤ ਖੋਲ ਖੋਲ ਕੇ ਉਹਨੇ ਦੱਸਿਆ ਹੈ ਕਿ ਮਤ ਕੋਈ ਭਰਮ ਭੁੱਲੇ ਸੰਸਾਰ, ਗੁਰੂ ਬਿਨ ਕੋਈ ਨਾ ਉਤਰਸ ਪਾਰ। ਬਗੈਰ ਗੁਰੂ ਤੋਂ ਕਹਿੰਦੇ ਰਾਮ ਕ੍ਰਿਸ਼ਨ ਤੇ ਕੌਣ ਬੜ, ਤਿਨਹੋਂ ਵੀ ਗੁਰੂ ਕੀਨ, ਤੀਨ ਲੋਕ ਕੇ ਨਾਇਕਾ ਗੁਰੂ ਆ ਗਏ ਆਦੇ। ਕੋਈ ਵੀ ਸੰਤ ਮਹਾਤਮਾ ਕੋਈ ਵੀ ਹੋਏ, ਹਰ ਇੱਕ ਨੂੰ ਇੱਥੇ ਆ ਕੇ ਉਹਨਾਂ ਨੇ ਸਾਨੂੰ ਕਰਕੇ ਦੱਸਿਆ ਕਿ ਬਈ ਸਾਨੂੰ ਗੁਰੂ ਦੀ ਲੋੜ ਪੈਂਦੀ। ਤੇ ਛੋਟੇ ਛੋਟੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ, ਕੋਈ ਗੱਡੀ ਸਿਖਾਉਣ ਵਾਸਤੇ, ਡਾਕਟਰੀ ਸਿੱਖਣ ਵਾਸਤੇ, ਹਰ ਚੀਜ਼ ਵਾਸਤੇ ਕਿਸੇ ਨਾ ਕਿਸੇ ਉਸਤਾਦ ਦੀ ਲੋੜ ਪੈਂਦੀ ਹੈ। ਫਿਰ ਇਹ ਜਿਹੜਾ ਰਸਤਾ ਹੈ, ਇਹਦੇ ਤੇ ਅਸੀਂ ਕਿਸ ਤਰ੍ਹਾਂ ਇਹ ਕਹਿ ਸਕਦੇ ਹਾਂ ਕਿ ਸਿਰਫ ਅਸੀਂ ਕੋਈ ਕਿਤਾਬਾਂ ਪੜ੍ਹ ਕੇ ਜਾਂ ਬਾਹਰ ਦੇ ਕਿਸੇ ਚੀਜ਼ ਨਾਲ ਅਸੀਂ ਇੱਥੋਂ ਨਿਕਲ ਜਾਵਾਂਗੇ। ਅਸੀਂ ਆਪਣੀ ਮਰਜ਼ੀ ਨਾਲ ਕੋਈ ਚੀਜ਼ ਬਣਾ ਲਈ, ਆਪਣੀ ਮਰਜ਼ੀ ਨਾਲ ਅਸੀਂ ਉਹਦੀ ਪੂਜਾ ਕਰਨੀ ਸ਼ੁਰੂ ਕੀਤੀ, ਮਨ 'ਚ ਕੋਈ ਵਿਚਾਰ ਐਸਾ ਆਇਆ, ਜਦੋਂ ਮਰਜ਼ੀ ਛੱਡ ਦਿੱਤੀ। ਇਸ ਤਰ੍ਹਾਂ ਨਹੀਂ, ਗੁਰੂ ਮਤ ਦੇ ਅਨੁਸਾਰ। ਕਹਿੰਦੇ ਗੁਰਮਤ, ਗੁਰਮਤ ਕੀ ਹੈ? ਅਸੀਂ ਮਨ ਮਤ ਨਾਲ ਚੱਲ ਰਹੇ ਹਾਂ। ਮਨ ਮਤ ਨਾਲ ਅਸੀਂ ਆਪਣਾ ਜਦੋਂ ਮਰਜ਼ੀ ਜਿੱਧਰ ਮਰਜ਼ੀ, ਕਦੀ ਇੱਧਰ ਤੁਰ ਪਏ, ਕਦੀ ਉੱਧਰ ਤੁਰ ਪਏ, ਸਮਝ ਨਹੀਂ ਲੱਗਦੀ ਕਿ ਜਿਸ ਤਰ੍ਹਾਂ ਜਾਣਾ ਕਿਸੇ ਪਾਸੇ ਵੀ, ਲੇਕਿਨ 2 4 ਕਿਲੋਮੀਟਰ ਇੱਧਰ ਚੱਲ ਗਏ, ਫਿਰ ਵਾਪਸ ਆ ਗਏ, ਫਿਰ ਮਨ 'ਚ ਭਰਮ ਆਇਆ, ਫਿਰ 2 4 ਕਿਲੋਮੀਟਰ ਹੋਰ ਪਾਸੇ ਚੱਲ ਗਏ। ਸਾਰੀ ਉਮਰ ਇਸੇ ਤਰ੍ਹਾਂ ਹੀ ਚੱਲਦੇ ਰਹਿੰਦੇ ਆ, ਮੰਜ਼ਿਲ ਕੋਈ ਵੀ ਨਹੀਂ ਮਿਲਦੀ। ਇਸ ਕਰਕੇ ਬਾਣੀ 'ਚ ਫਰਮਾਇਆ ਕਿ ਗੁਰੂ ਕੀ ਮੱਤ ਲੈ ਆਣੇ, ਗੁਰੂ ਬਿਨਾ ਬਹੁਤ ਡੂਬੇ ਸਿਆਣੇ। ਕਹਿੰਦੇ ਬੜੇ ਬੜੇ ਸਿਆਣੇ ਇੱਥੇ ਡੁੱਬ ਗਏ। ਬਈ ਜੇ ਤੂੰ ਤਰਨਾ ਚਾਹੁੰਦਾ ਹੈ ਤੇ ਗੁਰੂ ਦੀ ਮੱਤ ਲੈ, ਗੁਰੂ ਦੀ ਮੱਤ ਲੈ ਕੇ ਜੋ ਉਹ ਸਾਨੂੰ ਹੁਕਮ ਲਗਾਉਂਦਾ ਹੈ ਉਹਦੇ ਹਿਸਾਬ ਨਾਲ ਗੁਰੂ ਦਾ ਭਜਨ ਸਿਮਰਨ ਕਰ ਤੇ ਇੱਥੋਂ ਤੂੰ ਛੁੱਟ ਜਾਏਗਾ। ਫਰਮਾਇਆ ਕਿ ਸਾਧ ਸੰਗ ਪਿਓ ਜਨਮ ਪ੍ਰਾਪਤ ਕਰ ਸੇਵਾ ਭਜ ਹਰ ਹਰ ਗੁਰਮਤ, ਤਿਆਗ ਮਾਨ ਝੂਠ ਅਭਿਮਾਨ। ਫਿਰ ਜੇ ਗੁਰੂ ਦੇ ਰਸਤੇ ਤੇ ਚੱਲ ਹੀ ਪਏ, ਗੁਰੂ ਕਹਿੰਦੇ ਕਿਹਨੂੰ? ਜਦੋਂ ਇੰਨੀ ਕੀ ਸਮਝ ਆ ਗਈ ਤੇ ਫਿਰ ਬਈ ਸਾਰੀਆਂ ਚੀਜ਼ਾਂ ਹੀ ਪਿੱਛੇ ਹੋ ਜਾਂਦੀਆਂ। ਸਾਨੂੰ ਹਰ ਇੱਕ ਕੋਈ ਨਾ ਕੋਈ ਮੱਥਾ ਟੇਕ ਰਿਹਾ, ਕੋਈ ਨਾ ਕਿਤੇ ਸਿਰ ਝੁਕਾ ਰਿਹਾ, ਪਰ ਗੁਰੂ ਦਾ ਕਿਸੇ ਨੂੰ ਵੀ ਪਤਾ ਹੀ ਨਹੀਂ ਲੱਗਾ ਕਿ ਗੁਰੂ ਕਿਹਨੂੰ ਕਹਿੰਦੇ ਆ, ਗੁਰੂ ਕੀ ਤਾਕਤ ਹੈ। ਅਸੀਂ ਕਹਿੰਦੇ ਹਾਂ ਬੰਦਾ ਜੀ ਇਹ ਗੁਰੂ ਹੈ। ਉਹ ਸਤਿਗੁਰਾਂ ਨੇ ਕਈ ਵਾਰ ਫਰਮਾਇਆ ਕਿ ਬਈ ਨਹੀਂ, ਬਾਣੀ 'ਚ ਅਸੀਂ ਪੜ੍ਹਦੇ ਹਾਂ, ਕਈ ਵਾਰ ਅਸੀਂ ਇਹ ਸੁਣਿਆ ਕਿ ਗੁਰੂ ਨਾ ਮਰਦਾ ਨਾ ਜੰਮਦਾ, ਗੁਰੂ ਤੇ ਬਈ ਹਮੇਸ਼ਾ ਹੀ ਇੱਥੇ ਆ। ਪਰ ਉਹ ਕਿਹੜੇ ਗੁਰੂ ਦੀ ਗੱਲ ਕੀਤੀ? ਇਹ ਗੁਰੂ ਦੀ ਜਦੋਂ ਗਿਆਨ ਪ੍ਰਾਪਤ ਕਰਾਂਗੇ ਫਿਰ ਪਤਾ। ਅਸੀਂ ਲੜੀ ਝਗੜੀ ਜਾਂਦੇ ਆ, ਮੈਂ ਉਸ ਗੁਰੂ ਦਾ ਸਿੱਖ ਆ, ਮੈਂ ਉਸ ਗੁਰੂ ਦਾ, ਮੈਂ ਉਹਨੂੰ ਮੰਨਦਾ, ਮੈਂ ਉਹਨੂੰ ਮੰਨਦਾ, ਮੈਂ ਇਹਨੂੰ ਨਹੀਂ ਮੰਨਦਾ, ਮੈਂ ਇਹਨੂੰ ਨਹੀਂ ਮੰਨਦਾ। ਅਸੀਂ ਕਿਸੇ ਨੂੰ ਵੀ ਨਹੀਂ ਮੰਨਦੇ, ਅਸੀਂ ਆਪਣੇ ਮਨ ਨੂੰ ਮੰਨਦੇ, ਆਪਣੀ ਹੈਂਕੜਬਾਜ਼ੀ ਨੂੰ ਮੰਨਦੇ ਆ। ਜਦੋਂ ਤੱਕ ਸਾਡੇ ਮਨ ਮੁਤਾਬਕ ਉਹ ਚੀਜ਼ ਹੋ ਰਹੀ ਏ, ਸਾਡੇ ਮਨ ਨੂੰ ਚੰਗੀ ਲੱਗ ਰਹੀ ਏ, ਅਸੀਂ ਚੱਲ ਰਹੇ ਹਾਂ। ਜਿਸ ਦਿਨ ਵੀ ਸਾਨੂੰ ਚੰਗੀ ਨਾ ਲੱਗੀ ਕੋਈ ਚੀਜ਼, ਭਾਵੇਂ ਕੋਈ ਵੀ, ਅਸੀਂ ਛੱਡਣ ਲੱਗੇ ਕਮੈਂਟ ਨਹੀਂ ਲਾਉਂਦੇ। ਇਸ ਕਰਕੇ ਪਹਿਲਾਂ ਇਹੋ ਹੀ ਖੋਜ ਕਰੀਏ ਕਿ ਗੁਰੂ ਕਹਿੰਦੇ ਕਿ ਕਿਸ ਦਾ ਨਾਮ ਗੁਰੂ, ਫਿਰ ਹੀ ਅਸੀਂ ਗੁਰੂ ਦੀ ਮੱਤ ਲਵਾਂਗੇ। ਜੇ ਸਾਨੂੰ ਇੰਨਾ ਹੀ ਪਤਾ ਨਹੀਂ ਚੱਲਿਆ ਤੇ ਭਟਕਣਾ ਹੀ ਪਈ ਰਹੀ ਸਾਰੀ ਉਮਰ, ਤੇ ਬਈ ਫਿਰ ਕੋਈ ਕੁਛ ਨਹੀਂ ਮਿਲਦਾ।
स्वामी जी ने फरमाया कि क्या हिंदू, क्या मुसलमान, क्या सिख, ईसाई, जैन गुर भगती पूरे बिना कोई ना पावे चैन। अज देखिए सारे संसार वाल गौर ना देखिए, कोई सुखी नहीं है, किसी भी धर्म का होवे कोई भी सुखी नहीं है। ऐसा नहीं है कि कोई वो जी ताकत जी है किते है ही नहीं, सब कुछ कण कण दे विच मौजूद है। साडे कोल देखण वाली अख नहीं हैगी, वो अख गुरु बख्शदा सानूं, और जदों मिल जाती है फिर ये सारे ही दुख खत्म हो जाते, क्योंकि इनू हर चीज़ दे विच फिर वो दिसना शुरू हो जाता है। इसलिए उन्होंने फरमाया कि त्याग मान झूठ अपमान, गुरु कोल जाके भी झूठ और जिहड़ियां चतराइयां नहीं छड्डदे सी। गुरु नाल भी चलाकियां करन दी कोशिशां करते रहंदे हैं। गुरु नूं कहने आ वो तां कहांगे गुरु तां अंतरजामी है, गुरु तो सब कुछ जानता है, गुरु को किहड़ी गल छुपीए, पर अपने वालों पूरा जोर लाउने आ कि जिहड़ी चीज़ छुपाउण वाली है छुपाई जाए। पर जदों ये विश्वास बन गया कि गुरु वाकई ही देखता पिया, गुरु सानू हर पासों देख रहा है, पहली तो गल एक इहदा कर्म जिहड़ा गलत करता है वो पहलां इहदे छुट जाणगे। तो जे किते इंसान है किते हो भी गया कोई कर्म, फिर गुरु के पास जिस तरह डॉक्टर को जाके बीमारी नहीं ना लगाते असीं, जिहड़ी मर्जी बीमारी हो डॉक्टर को दस दिंदे आ, पता है कि इलाज ही इन्ने करना, फिर गुरु को असीं छुपावांगे नहीं कुछ भी। गुरु के अगे चिट्ठा खोल के रख देंगे कि सतगुरु जी आ जिहड़ियां चीज़ां ने दया करो, किरपा करो, तुहाडे तो बगैर कौन छड़ाएगा। इस करके फरमाउंदे ने त्याग मान झूठ अपमान, मान वडियाई अपमान झूठ कहते गुरु को ना कर, इनू त्याग के ਉਹਦੇ पास जा। अगे फरमाया कि जीवत मरे दरगह परवान, लेकिन नाल दस भी दिता ये जिउंदियां जी मरन वाली गल है। जिउंदियां जी इस तरह हुंदा नहीं, जिउंदियां जी किस तरह मतलब कि जदों तक ये मन कोल है, मन ने कित्थे बैठ देना, मन ने कहना है लो जी मेरी तो आ चीज़ नहीं पूरी हुई, जां इत्थे तो मैं सही सा, मैं तो बिल्कुल ठीक चल रहा हाँ। कई कुछ लांबे ड्रामे करता रहिंदा है, इनू गुरु की गल की समझ ही नहीं आती कि गुरु सानू की कह के रहा। पर सतगुरां दी किरपा दे नाल संगत कीतियां सब कुछ समझ आऊगा, जे दिलों ये करके चलेगा वाकई ही उस गुरु नूं पाउणा जाएगा। जिस तरह उन्होंने फरमाया है कि जो मांगे, जो जो भी कुछ मांगते, जो जो मांगे ठाकुर अपने से सोई सोई दे। जो मर्जी मंगते, जे उन्होंने को पैसे मंगते हैं, बच्चे मंगते हैं, तंदुरुस्ती मंगते हैं, तो जो देंगे आ, तो जे गुरु को गुरु नूं मंगांगे वो तो प्यार मंगांगे वो नहीं देगा, वो भी देगा। पर इन्नी हिम्मत ही नहीं होंदी। असीं सोचते हैं कि शायद उस पासे मिल गया जां उस पासे चलना पै गया तो किते संसार छुट ना जाए किते साडे कोलों, इस करके डरते हैं असीं उस रस्ते नूं फड़दे ही नहीं। लेकिन ऐसा कुछ नहीं, और बड़े मानव होंदे ने कि त्याग मान झूठ विमान जीवत मरे दरगह परवान। जीवत मरे की गल की है, ये नहीं क्या कि मतलब उस तरह ही मर जाना है कि जिस तरह कहते हैं बंदा चला गया। जींदियां जी मरना, जींदियां जी कौन मरदा है? ये सिख ही मरदा है, तो रोज़ अपने मन को मारदा है। बड़ा कुछ वो मन कहता इदा कर इदा कर, वो कहता नहीं गुरु का हुक्म नहीं है, इस पासे नहीं चलना। गुरु का हुक्म है आ काम करना है तो करना ही करना है, रोज़ अपने आप को मारना पैंदा है। इसे करके बाणी चों ने फरमाया है कि भाई पहला मरण कबूल कर जीवन की छड्ड आस। उन्होंने कहा कि पहला मरण कबूल कर, जिहड़ी जीवन वाली आस छड्ड दे, फिर गुरु के पासे आ, फिर कुर्बानी कर सकदा है तू। जींदियां जी तो कुर्बानी हुंदी नहीं। जींदियां जी मतलब कि जे मन जींदा है, गुरु ने कहना है कि भाई तू उठ के सवेरे अमृत वेले उठ को भजन सिमरन कर, मन ने कहना नहीं नींद बड़ी आ रही सौ जा। किस तरह हुण जींदे मन नूं मारना ही पैना है उत्थे। मन ने कहना सुता रह, इन्हें गुरु का हुक्म मान के उठना पैना है, एक ही मरना। गुरु कहता है कि निंदा नहीं करनी, निंदा चुगली तो दूर है, जो कोई करता है उन्होंने करन दे, तेरा कुछ नहीं घटेगा, तू बस गुरु के हुक्म च रह। कहता लै ये किस तरह हो सकता है, मैनू सारी थां ते भंडी जाता, मैं क्यों ना गल करा। मतलब उत्थे मन नूं मारना पैंदा है, थां थां ते सिख नूं मरना पैंदा है।
ਲੇਕਿਨ ਜਿਹੜਾ ਸਿੱਖ ਕੁਰਬਾਨੀ ਦੇ ਦਿੰਦਾ ਹੈ ਤੇ ਵੀ ਫਿਰ ਸਤਿਗੁਰ ਕੋਈ ਉਹਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਪਿੱਠ ਨਹੀਂ ਲੱਗਣ ਦਿੰਦੇ ਕਿਸੇ ਪਾਸੇ। ਲੇਕਿਨ ਇੰਨਾ ਹੌਸਲਾ ਰੱਖਣਾ, ਉਹਨੇ ਕਿਹਾ ਭਗਤ ਕਰੇ ਕੋਈ ਸੂਰਮਾ, ਸੂਰਮੇ ਬਣ ਕੇ ਭਗਤੀ ਹੁੰਦੀ ਹੈ, ਆਮ ਨਹੀਂ। ਉਹਨੇ ਕਾਮੀ ਕ੍ਰੋਧੀ ਮਸਕਰਾ ਇਨਸੇ ਭਗਤ ਨਾ ਹੋਏ, ਭਗਤ ਕਰੇ ਕੋਈ ਸੂਰਮਾ ਜਾਤ ਵਰਨ ਕੁਲ ਕੋਏ। ਸਭ ਕੁਝ ਕੁਰਬਾਨ ਕਰ ਦਿੰਦਾ ਗੁਰੂ ਦੇ ਬਚਨ ਤੋਂ। ਅਸੀਂ ਕਹਿ ਦਿੰਨੇ ਆ ਪਰ ਕੁਰਬਾਨੀ ਵਾਲੇ ਪਾਸੇ ਅਸੀਂ ਚੱਲਦੇ ਨਹੀਂ। ਇਸ ਕਰਕੇ ਨਾ ਸਾਨੂੰ ਗੁਰੂ ਦੀ ਸਮਝ ਲੱਗਦੀ ਹੈ ਤੇ ਨਾ ਗੁਰੂ ਦੇ ਬਚਨਾਂ ਦੀ ਸਮਝ। ਕੁਛ ਵੀ ਸਾਨੂੰ ਠੀਕ ਹੈ, ਮੱਥੇ ਟੇਕੀ ਜਾਂਦੇ ਆ, ਕੰਮ ਕਰੀ ਜਾਂਦੇ ਆ, ਪਰ ਮਨ ਘਬਰਾਉਂਦਾ ਰਹਿੰਦਾ ਹੈ। ਕਦੀ ਤੁਰਦਾ ਹੈ, ਕਦੀ ਕਹਿੰਦਾ ਕੁਛ ਹੈ ਵੀ ਹੈ ਕਿ ਨਹੀਂ, ਪਤਾ ਨਹੀਂ ਕੋਈ ਤਾਕਤ ਹੈਗੀ ਆ, ਪਤਾ ਨਹੀਂ ਬੇਨਤੀ ਸੁਣੀ ਜਾਂਦੀ ਹੈ ਕਿ ਨਹੀਂ, ਕੁਛ ਮਿਲੂਗਾ ਕਿ ਨਹੀਂ, ਜਾਂ ਕਦੀ ਸੋਚਦਾ ਪਰਮਾਤਮਾ ਹੈਗਾ ਵੀ ਹੈ ਕਿ ਨਹੀਂ ਹੈਗਾ, ਕਿਉਂਕਿ ਕਦੀ ਚੱਲਿਆ ਨਹੀਂ ਉਸ ਪਾਸੇ। ਜਿੰਨੀ ਕਿਹਦਾ ਦਾਇਰਾ ਹੈ ਉਹਦੇ ਵਿੱਚੋਂ ਕਦੀ ਬਾਹਰ ਨਿਕਲਿਆ ਨਹੀਂ। ਇਸ ਕਰਕੇ ਮਨ ਦੇ ਵਿੱਚ ਸੰਸ਼ੇ ਬਣੇ ਰਹਿੰਦੇ ਆ। ਤੇ ਇਹ ਉਸ ਦ੍ਰਿੜਤਾ ਦੇ ਨਾਲ, ਜਿਹੜੀ ਉਹਨਾਂ ਨੇ ਕਿਹਾ ਕਿ ਗੁਰ ਭਗਤੀ ਦ੍ਰਿੜ ਕਰ ਗਹੋ ਪਿੱਛੇ ਔਰ ਉਪਾਏ, ਉਹ ਦ੍ਰਿੜਤਾ ਕਦੀ ਆਉਂਦੀ ਹੀ ਨਹੀਂ। ਉਹਦਾ ਰਸਤਾ ਦੱਸਿਆ ਹੈ। ਕਹਿੰਦੇ ਜਦੋਂ ਗੁਰੂ ਦੇ ਪਾਸ ਚਲਾ ਗਿਆ ਹੈ ਤੇ ਫਿਰ ਬਈ ਤਿਆਗ ਦੇ, ਆਪਣਾ ਮਾਨ ਵਡਿਆਈ ਛੱਡ ਦੇ, ਅਭਿਮਾਨ ਛੱਡ ਦੇ, ਝੂਠ ਛੱਡ ਦੇ, ਤੇ ਫਿਰ ਗੁਰੂ ਦੇ ਕੋਲ ਜਾ ਕੇ ਆਪਣੇ ਆਪ ਨੂੰ ਉਹਦੇ ਹੱਥਾਂ 'ਚ ਸੌਂਪ ਦੇ, ਉਹਦੀ ਸ਼ਰਨ 'ਚ ਚਲਾ ਜਾ, ਸਭ ਕੁਝ ਤੈਨੂੰ ਮਿਲੇਗਾ। ਹਾਂਜੀ। ਜੋ ਕਿਛ ਹੋਆ ਸੋ ਤੁਝ ਤੇ ਹੋਗ, ਅਵਰ ਨਾ ਦੂਜਾ ਕਰਣ ਜੋਗ, ਤਾਂ ਮਿਲੀਏ ਜਾ ਲੈ ਮਿਲਾਏ, ਕਹੋ ਨਾਨਕ ਹਰ ਹਰ ਗੁਣ ਗਾਏ। ਹੁਣ ਫਰਮਾਉਂਦੇ ਨੇ ਕਿ ਜਦੋਂ ਇਹ ਦਸ਼ਾ ਇਸ ਤਰ੍ਹਾਂ ਦੀ ਬਣ ਗਈ, ਗੁਰੂ ਦੀ ਸ਼ਰਨ 'ਚ ਤੂੰ ਚਲਾ ਜਾਏਗਾ, ਜਿਉਂਦਿਆਂ ਜੀ ਮਰ ਜਾਏਗਾ, ਆਪਣਾ ਸਭ ਕੁਝ ਅਹੰਕਾਰ ਤਿਆਗ ਦੇਗਾ, ਤੇ ਫਿਰ ਕੀ ਜਿਹੜੀ ਹੈ ਤਬਦੀਲੀ ਆਉਣੀ ਹੈ। ਕਿਸ ਤਰ੍ਹਾਂ ਪਤਾ ਲੱਗੇਗਾ ਕਿ ਇਹ ਗੱਲ ਬਣ ਗਈ। ਫਿਰ ਜਦੋਂ ਇਹ ਚੀਜ਼ਾਂ ਹੋ ਗਈਆਂ, ਫਿਰ ਉੱਪਰੋਂ ਨਹੀਂ, ਅੰਦਰੋਂ ਇੱਕ ਆਵਾਜ਼ ਆਏਗੀ। ਕਿਹੜੀ ਆਵਾਜ਼ ਆਏਗੀ? ਕਿ ਜੋ ਕੁਛ ਹੋਆ ਸੋ ਤੁਝ ਤੇ ਹੋ। ਫਿਰ ਇਹ ਬੇਨਤੀ ਕਰੇਗਾ ਉਹਦੇ ਚਰਨਾਂ 'ਚ। ਫਿਰ ਮਾਣ ਵਡਿਆਈ ਨਹੀਂ ਕਰੇਗਾ ਕਿ ਮੈਂ ਇੰਨੇ ਦਿਨ ਮੱਥਾ ਟੇਕਿਆ, ਇੰਨੇ ਦਿਨ ਮੈਂ ਵਰਤ ਰੱਖੇ, ਇੰਨੇ ਦਿਨ ਮੈਂ ਸੇਵਾ ਕੀਤੀ, ਗਿਣ ਕੇ ਨਹੀਂ ਕਰੇਗਾ। ਕੋਈ ਵੀ ਕਿਸੇ ਤਰ੍ਹਾਂ ਦਾ ਮਾਣ ਨਹੀਂ ਕਰੇਗਾ, ਕਿਸੇ ਤਰ੍ਹਾਂ ਦਾ ਵੀ ਹੰਕਾਰ ਨਹੀਂ ਕਰੇਗਾ। ਬਸ ਇੱਕੋ ਹੀ ਗੱਲ ਕਹੇਗਾ ਕਿ ਸਤਿਗੁਰੂ ਜੀ, ਜੋ ਵੀ ਅੱਜ ਤੱਕ ਹੋਇਆ ਹੈ ਉਹ ਤੁਹਾਡੀ ਕਿਰਪਾ ਨਾਲ ਹੋਇਆ ਹੈ, ਔਰ ਜੋ ਕੁਝ ਅੱਗੇ ਹੋਏਗਾ ਉਹ ਵੀ ਤੁਹਾਡੀ ਕਿਰਪਾ ਨਾਲ ਹੀ ਹੋਏਗਾ। ਮੈਂ ਨਿਕਲ ਜਾਏਗੀ, ਅਭਿਮਾਨ ਨਿਕਲ ਜਾਏਗਾ, ਮੈਂ ਨਹੀਂ ਫਿਰ ਕਰੇਗਾ, ਫਿਰ ਤੂੰ ਹੀ ਕਰੇਗਾ। ਜਦੋਂ ਤੱਕ ਮੈਂ ਕਰਦਾ ਹੈ ਉਦੋਂ ਤੱਕ ਹਰੀ ਦੇ ਨਾਲ ਨਹੀਂ ਮਿਲਦਾ ਪਰਮੇਸ਼ਵਰ। ਇਸ ਕਰਕੇ ਫਰਮਾਇਆ ਹੈ ਕਿ ਜੋ ਕੁਛ ਹੋਆ ਸੋ ਤੁਝ ਸੇ ਹੋਗ, ਅਵਰ ਨਾ ਦੂਜਾ ਕਰਨੇ ਜੋ। ਫਿਰ ਇੰਨਾ ਗੁਰੂ ਤੇ ਮਾਣ ਆਏਗਾ ਕਿ ਬਈ ਇੰਨੇ ਮਾਣ ਦੇ ਵਿੱਚ ਇਹਦੇ ਅੰਦਰ ਹਿਰਦੇ 'ਚ ਆਵਾਜ਼ ਆਏਗੀ ਕਿ ਜੋ ਅੱਜ ਤੱਕ ਹੋਇਆ ਹੈ ਉਹ ਤੁਸੀਂ ਹੀ ਕੀਤਾ ਹੈ, ਔਰ ਜੋ ਅੱਗੇ ਵੀ ਹੋਣਾ ਹੈ ਉਹ ਤੁਸੀਂ ਹੀ ਕਰਨਾ ਹੈ। ਔਰ ਇੰਨੇ ਮਾਣ ਨਾਲ ਕਿ ਦੂਸਰੀ ਥਾਂ ਨਹੀਂ ਇਹਦੇ ਕੋਲ ਕੋਈ ਹੈਗੀ। ਮਾਣ ਨਾਲ ਕਹਿੰਦਾ ਹੈ ਕਿ ਅਵਰ ਨਾ ਦੂਜਾ ਕਰਨੇ ਜੋ। ਕਹਿੰਦਾ ਤੁਹਾਡੇ ਤੋਂ ਇਲਾਵਾ ਦੂਸਰਾ ਕੋਈ ਮਹਾਰਾਜ ਜੀ ਹੈ ਹੀ ਨਹੀਂ ਕੋਈ। ਸਤਿਗੁਰੂ ਜੀ, ਤੁਹਾਡੇ ਤੋਂ ਇਲਾਵਾ ਦੁਨੀਆ 'ਚ ਹੀ ਨਹੀਂ ਕੋਈ ਹੈਗਾ। ਜਿਨ੍ਹਾਂ ਨੇ ਅੱਜ ਤੱਕ ਕੁਝ ਪਾਇਆ ਹੈ ਉਹਨਾਂ ਨੂੰ ਗੁਰੂ ਤੋਂ ਇਲਾਵਾ ਕੁਝ ਦਿਸਿਆ ਹੀ ਨਹੀਂ। ਜਿਹਨੂੰ ਗੁਰੂ ਤੋਂ ਇਲਾਵਾ ਕੁਝ ਦਿਸ ਰਿਹਾ ਹੈ ਇਹਦਾ ਮਤਲਬ ਨਹੀਂ ਗੱਲ। ਹੁਣ ਸਤਿਗੁਰ ਕਿਰਪਾ ਕਰਨ, ਦਇਆ ਕਰਨ, ਪਹਿਲਾਂ ਤੇ ਉਸ ਗੱਲ ਦੀ ਸਮਝ ਆ ਜਾਏ। ਪਿਛਲੇ ਸਮਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਬੜੇ ਸੰਤ ਮਹਾਤਮਾ ਹੋਏ, ਲੇਕਿਨ ਦੇਖੋ ਕਿੰਨਾ ਕੁ ਉਹਨਾਂ ਦਾ ਖਿਲਾਰਾ ਸੀ।
ਜਿਹੜੇ ਸੇਵਕ ਆਉਂਦੇ ਸੀ ਨਾਮ ਦੀ ਅਪੇक्षा ਕਰਦੇ ਸੀ ਕਿ ਨਾਮ ਲੈਣਾ ਹੈ, ਕਈ ਕਈ ਦੇਰ ਉਹ ਸੇਵਾ ਕਰਦੇ ਸੀ, ਕਈ ਕੁਝ ਕਰਦੇ ਸੀ, ਪਰ ਉਹਨਾਂ ਨੂੰ ਉਹ ਚੀਜ਼ ਇਸ ਤਰ੍ਹਾਂ ਨਹੀਂ ਸੀ ਮਿਲਦੀ। ਪਹਿਲਾਂ ਉਸ ਚੀਜ਼ ਦੇ ਕਾਬਲ ਬਣਾਇਆ ਜਾਂਦਾ ਸੀ। ਜਦੋਂ ਸਤਿਗੁਰ ਦਇਆ ਕਿਰਪਾ ਕਰਕੇ ਵੇਖਦੇ ਸੀ ਕਿ ਹੁਣ ਇਹ ਭਾਂਡਾ ਤਿਆਰ ਹੋ ਗਿਆ, ਫਿਰ ਉਹਦੇ ਵਿੱਚੋਂ ਚੀਜ਼ ਪੈਂਦੀ ਸੀ। ਪਤਾ ਚੱਲਦਾ ਸੀ ਕਿ ਪਹਿਲੇ ਦਿਨ ਤੋਂ ਕਿ ਬਈ ਵਾਕਈ ਹੀ ਕੁਝ ਮਿਲਿਆ। ਅੱਜ ਅਸੀਂ ਹਰ ਚੀਜ਼ ਲੈ ਕੇ ਸਾਨੂੰ ਇਦਾਂ ਲੱਗਦਾ ਹੈ ਕਿ ਭਾਂਡਾ ਖਾਲੀ ਹੀ ਖਾਲੀ, ਕਿਉਂਕਿ ਉਹ ਜਿਹੜੀ ਚੀਜ਼ ਬਣਨ ਵਾਲੀ ਸੀ ਉਹ ਬਣੀ ਹੀ ਨਹੀਂ। ਹੁਣ ਜਿਸ ਤਰ੍ਹਾਂ ਉਹਨੇ ਵਚਨ ਫਰਮਾਇਆ ਕਿ ਅਵਰ ਨਾ ਦੂਜਾ ਕਰਨੇ ਜੋ, ਇੰਨਾ ਭਰੋਸਾ ਪਹਿਲਾਂ ਸਿੱਖ ਦਾ ਬਣੇ ਤਾਂ ਸਹੀ। ਜਦੋਂ ਅਰਜੁਨ ਨੂੰ ਕਿਹਾ ਗਿਆ ਸੀ, ਦਰੋਣਾਚਾਰੀਆ ਨੇ ਕਿਹਾ ਸੀ, ਸਾਰੇ ਪਾਂਡਵ ਖੜੇ ਸੀ, ਕੌਰਵ ਪਾਂਡਵ, ਉਹਨੇ ਕਿਹਾ ਕਿ ਸਾਹਮਣੇ ਨਿਸ਼ਾਨਾ ਲਗਾਉਣਾ ਹੈ, ਦੱਸ ਦਿੱਤਾ ਕਿ ਨਿਸ਼ਾਨਾ ਕਾਹਤੇ ਲਗਾਉਣਾ ਹੈ। ਫਿਰ ਇੱਕ ਇੱਕ ਕਰਕੇ ਸਾਰਿਆਂ ਨੂੰ ਪੁੱਛਿਆ ਕਿ ਤੁਹਾਨੂੰ ਕੀ ਦਿਖਾਈ ਦੇ ਰਿਹਾ। ਸਾਰੇ ਕਹਿਣ ਲੱਗੇ ਕਿ ਕੋਈ ਕਵੇ ਕਿ ਮੈਨੂੰ ਬੜਾ ਵੱਡਾ ਦਰਖਤ ਦਿਖਾਈ ਦੇ ਰਿਹਾ ਹੈ, ਦਰਖਤ ਦੇ ਪਿੱਛੇ ਬੜਾ ਵੱਡਾ ਅਸਮਾਨ ਹੈ। ਕੋਈ ਕਵੇ ਕਿ ਮੇਰੇ ਪਿੱਛੇ ਬੜੀ ਵੱਡੀ ਦੀਵਾਰ ਹੈ। ਕੋਈ ਕਵੇ ਦਰਖਤ ਦੇ ਉੱਤੇ ਫਲ ਲੱਗੇ ਨੇ, ਵਿਚਕਾਰ ਜਿਹਾ ਚਿੜੀ ਇੱਕ, ਬੜਾ ਕੁਝ ਉਹਨਾਂ ਨੇ ਕਿਹਾ। ਚਿੜੀ ਨੂੰ ਤਾਂ ਦੱਸਿਆ ਹੀ ਦੱਸਿਆ, ਲੇਕਿਨ ਨਾਲ ਹੋਰ ਵੀ ਕਈ ਚੀਜ਼ਾਂ ਦੱਸੀਆਂ ਕਿ ਬੜਾ ਵੱਡਾ ਦਰਖਤ ਹੈ, ਉਹਦੀ ਐਸ ਟਹਿਣੀ ਦੇ ਉੱਤੇ ਆ ਚਿੜੀ ਹੈ ਇੱਕ। ਸਾਰਿਆਂ ਕੋਲੋਂ ਪੁੱਛਿਆ। ਜਦੋਂ ਅਰਜੁਨ ਦੀ ਵਾਰੀ ਆਈ, ਜਦੋਂ ਅਰਜੁਨ ਨੂੰ ਪੁੱਛਿਆ ਉਹਨਾਂ ਨੇ ਕਿ ਬਈ ਤੈਨੂੰ ਕੀ ਦਿਖਾਈ ਦਿੰਦਾ ਹੈ, ਉਹ ਕਹਿੰਦਾ ਮਹਾਰਾਜ ਜੀ ਮੈਨੂੰ ਤਾਂ ਹੋਰ ਕੁਝ ਵੀ ਨਹੀਂ ਦਿਖਾਈ ਦੇ ਰਿਹਾ। ਤੁਸੀਂ ਹੁਕਮ ਕੀਤਾ ਕਿ ਚਿੜੀ ਦੀ ਅੱਖ ਤੇ ਨਿਸ਼ਾਨਾ ਲਾਉਣਾ ਹੈ, ਤੇ ਮੈਨੂੰ ਚਿੜੀ ਵੀ ਨਹੀਂ ਦਿਸ ਰਹੀ, ਮੈਨੂੰ ਉਹਦੀ ਅੱਖ ਹੀ ਦਿਖਾਈ ਦੇ ਰਹੀ ਹੈ, ਬਸ ਹੋਰ ਕੁਝ ਵੀ ਨਹੀਂ ਦਿਖਾਈ ਦੇ ਰਿਹਾ। ਉਹਨਾਂ ਨੂੰ ਉਦੋਂ ਪਤਾ ਲੱਗ ਗਿਆ ਕਿ ਬਸ ਨਿਸ਼ਾਨਾ ਇਹਦਾ ਹੀ ਲੱਗਣਾ, ਹੋਰ ਕਿਸੇ ਦਾ ਨਹੀਂ ਲੱਗਣਾ। ਹੁਣ ਅਸੀਂ ਗੁਰੂ ਕੋਲ ਜਾ ਕੇ ਸਭ ਕੁਝ ਇਸ ਹਿਰਦੇ ਨਾਲ ਕਹਿ ਦਿੰਦੇ ਆ, ਜ਼ੁਬਾਨ ਨਾਲ ਕਹਿ ਦਿੰਦੇ ਆ ਕਿ ਬਈ ਗੁਰੂ ਹੀ ਗੁਰੂ ਬਸ ਸਭ ਕੁਝ ਆ, ਲੇਕਿਨ ਡਾਵਾਂ ਡੋਲੀ ਨਹੀਂ ਸਾਡੀ ਮੁੱਕਦੀ। ਬਾਰ-ਬਾਰ ਅਸੀਂ ਡਿੱਗਦੇ ਹਾਂ, ਬਾਰ-ਬਾਰ ਅਸੀਂ ਉੱਠਦੇ ਹਾਂ, ਨਿਸ਼ਾਨਾ ਕਿੱਦਾਂ ਲੱਗੇਗਾ? ਗੱਲ ਨਹੀਂ ਬਣਦੀ। ਇਸ ਲਈ ਗੁਰਭਗਤੀ ਦੇ ਵਿੱਚ, ਗੁਰਭਗਤੀ ਉਹਨੂੰ ਕਿਹਾ ਦ੍ਰਿੜ ਕਰ ਗਾਓ। ਹੁਣ ਦ੍ਰਿੜਤਾ ਆਏਗੀ ਕਿੱਦਾਂ? ਬਈ ਸਤਿਗੁਰ ਦਇਆ ਕਿਰਪਾ ਕਰਨ, ਇਹਨੂੰ ਉਹ ਮੌਕਾ ਐਸਾ ਬਣ ਜੇ, ਉਹ ਚੀਜ਼ ਆ ਜਾਵੇ ਜਿਸ ਤਰ੍ਹਾਂ ਸਤਿਗੁਰ ਨੇ ਫਰਮਾਉਣਾ ਕਿ ਗੁਰੂ ਨਾਨਕ ਸਾਹਿਬ ਤੇ ਸੱਜਣ ਠੱਗ ਦਾ ਮੇਲ ਹੋ ਗਿਆ, ਔਰ ਸਮਾਂ ਵੀ ਐਸਾ ਆ ਗਿਆ ਕਿ ਬਈ ਉਸੇ ਵੇਲੇ ਹੀ ਕੰਮ ਬਣ ਗਿਆ। ਇਸ ਲਈ ਕਿਹਾ ਜਾਂਦਾ ਹੈ ਕਿ ਸਤਸੰਗ ਦੇ ਵਿੱਚ ਹਾਜ਼ਰੀ ਕਿਉਂ ਕਹੀ ਜਾਂਦੀ ਹੈ ਕਿ ਬਈ ਵੱਧ ਤੋਂ ਵੱਧ ਕਰੀ। ਪਤਾ ਨਹੀਂ ਕਿਹੜਾ ਟਾਈਮ, ਕਿਹੜਾ ਵਚਨ, ਕਿਹੜੀ ਚੀਜ਼ ਸਾਡੇ ਅੰਦਰ ਬਹਿ ਜਾਣੀ ਆ, ਔਰ ਕਿੰਨੇ ਸਾਰੀਆਂ ਹੀ ਜਿਹੜੀਆਂ ਚਿੰਤਾਵਾਂ ਮਿਟਾ ਦੇਣੀਆਂ ਨੇ, ਜਾਂ ਐਸਾ ਭਰੋਸਾ ਬਖਸ਼ ਦੇਣਾ ਹੈ, ਪਤਾ ਹੀ ਨਹੀਂ ਕਿਹੜੀ ਗੱਲ। ਬੜੀਆਂ ਅਸੀਂ ਕਹਾਣੀਆਂ ਸੁਣਦੇ ਹਾਂ ਕਿ ਚੋਰ ਗਿਆ ਚੋਰੀ ਕਰਦਾ, ਪੁਲਿਸ ਤੋਂ ਲੁਕਦਾ ਲੁਕਦਾ ਕਿਸੇ ਜਗ੍ਹਾ ਤੇ ਐਸੇ ਵੜ ਗਿਆ, ਕੋਈ ਸਤਸੰਗ ਹੋ ਰਿਹਾ ਸੀ, ਕੋਈ ਇੱਕ ਹੀ ਵਚਨ ਕੰਨ 'ਚ ਪੈ ਗਿਆ, ਉਹਨੇ ਸਾਰਾ ਜੀਵਨ ਹੀ ਪਲਟ ਦਿੱਤਾ। ਇਸ ਲਈ ਸਤਿਗੁਰ ਦਇਆ ਕਿਰਪਾ ਕਰਨ, ਜੋ ਉਹਨੇ ਫਰਮਾਇਆ ਕਿ ਜੋ ਕੁਛ ਹੋਆ ਸੋ ਤੁਝ ਸੇ ਹੋ, ਇੰਨਾ ਭਰੋਸਾ ਆ ਜਾਵੇ ਕਿ ਸਤਿਗੁਰ ਜੀ ਮੈਂ ਤਾਂ ਪਹਿਲਾਂ ਵੀ ਕੁਛ ਨਹੀਂ ਕੀਤਾ ਸੀ। ਕਹਿੰਦੇ ਆ ਮੈਂ ਫਲਾਣੇ ਟਾਈਮ ਦੇ ਉੱਥੇ ਗਿਆ, ਮੈਂ ਇੰਨੀ ਦੇਰ ਉੱਥੇ ਫਿਰ ਸੇਵਾ ਕੀਤੀ, ਮੈਂ ਇੰਨਾ ਉੱਥੇ ਆਹ ਚੀਜ਼ ਚੜਾਈ, ਬੜਾ ਕੁਛ ਅਸੀਂ ਗਿਣਤੀਆਂ ਮਿਣਤੀਆਂ ਕਰਦੇ ਹਾਂ। ਪਰ ਜਿਹਨੂੰ ਸਮਝ ਆ ਗਈ ਉਹ ਕਹਿੰਦਾ ਮੈਂ ਕੁਛ ਵੀ ਨਹੀਂ, ਨਾ ਮੈਂ ਜਾ ਸਕਦਾ ਹਾਂ, ਨਾ ਮੈਂ ਕੁਛ ਕਰ ਸਕਦਾ, ਤੁਸੀਂ ਆਪ ਹੀ ਮੈਨੂੰ ਖੜਿਆ, ਆਪ ਹੀ ਮੈਨੂੰ ਬਿਠਾ ਲਿਆ, ਆਪ ਹੀ ਮੇਰੇ ਕੋਲ ਸੇਵਾ ਲੈ ਲਈ, ਮੈਨੂੰ ਨਹੀਂ ਸਮਝੇ ਕਿ ਮੈਂ ਨਾ ਕੁਛ ਕਰ ਹੀ ਨਹੀਂ ਸਕਿਆ। ਉਹ ਹਮੇਸ਼ਾ ਹੀ ਝੂਰਦਾ ਕਿ ਇਸ ਗੱਲ 'ਚ ਕਿ ਨਹੀਂ, ਕਿ ਮੇਰੇ ਕੋਲ ਜੋ ਹੋਣਾ ਚਾਹੀਦਾ ਸੀ ਉਹ ਹੋਇਆ ਹੀ ਨਹੀਂ। ਫਿਰ ਅੱਗੇ ਫਰਮਾਇਆ ਉਹਨਾਂ ਨੇ ਤਾਂ ਮਿਲੀਏ ਜਾਂ ਲੈ ਮਲਾਏ। ਜਦੋਂ ਮਾਣ ਆ ਜਾਂਦਾ ਇੰਨਾ, ਫਿਰ ਆਪਣੇ ਚੀਜ਼ ਤੇ ਨਹੀਂ ਮਾਣ ਕਰਦਾ। ਬੜੇ ਬੱਚੇ ਐਸੇ ਮਿਲਦੇ ਨੇ, ਕਈ ਵਾਰ ਉਹ ਕਹਿੰਦੇ ਨੇ ਅਸੀਂ ਤੇ ਜੀ ਇੰਨੀ ਦੇਰ ਸਿਮਰਨ ਕਰਦੇ ਹਾਂ, ਇੰਨੀ ਅਸੀਂ ਆਹ ਕਰਦੇ। ਠੀਕ ਹੈ, ਮੈਂ ਨਹੀਂ ਕਹਿੰਦਾ ਕਿ ਨਹੀਂ ਕਰਨਾ, ਗੁਰੂ ਦਾ ਹੁਕਮ ਜਿਹੜਾ ਹੈ ਸਿਰ ਮੱਥੇ, ਜੋ ਕਹਿੰਦੇ ਉਹ ਕਰੀਏ। ਪਰ ਜੇ ਇਹਦੇ ਅੰਦਰ ਇਹ ਹੰਕਾਰ ਹੈ ਕਿ ਸ਼ਾਇਦ ਮੈਂ ਕਰਦਾ ਪਿਆ, ਮੇਰੇ ਕਰਨ ਦੇ ਨਾਲ ਕੁਝ ਹੋ ਜਾਣਾ ਹੈ, ਨਹੀਂ, ਫਿਰ ਗੱਲ ਨਹੀਂ। ਜਿਉਂ-ਜਿਉਂ ਕਹਿੰਦੇ ਜਿਉਂ-ਜਿਉਂ ਭਿੱਜੇ ਕੰਬਲੀ ਤਿਉਂ-ਤਿਉਂ ਭਾਰੀ ਹੋਏ, ਉਦੋਂ ਤਿਉਂ-ਤਿਉਂ ਹੀ ਇਹਦਾ ਵਜਨ ਉਸ ਚੀਜ਼ ਦਾ ਵੱਧਦਾ। ਜਿਉਂ-ਜਿਉਂ ਗੁਰਭਗਤੀ ਦੇ ਵਿੱਚ ਭਿੱਜੇਗਾ, ਇਹਦਾ ਜਿਹੜਾ ਹਲਕਾਪਨ ਖਤਮ ਹੋ ਜਾਏਗਾ। ਉਹਨੇ ਫਰਮਾਇਆ ਕਿ ਤਾਂ ਮਿਲੀਏ ਜਾਂ ਲੈ ਮਲਾਏ, ਕਿ ਸਤਿਗੁਰੂ ਜੀ ਮੇਰੇ 'ਚ ਨਹੀਂ ਕੋਈ ਐਸੀ ਕੁਆਲਿਟੀ ਹੈਗੀ ਕਿ ਮੈਂ ਆਪਣੇ ਬਲ ਨਾਲ ਨਿਕਲ ਜਾਵਾਂ। ਮੈਂ ਕਦੋਂ ਸਾਫ਼ ਹੋਇਆ, ਕਦੋਂ ਮੈਂ ਤੁਹਾਡੀ ਭਗਤੀ ਕੀਤੀ, ਕਦੋਂ ਮੈਂ ਬਚਨ ਮੰਨੇ, ਕਦੋਂ ਮੈਂ ਇਹਨਾਂ ਕਰਮਾਂ ਤੋਂ ਉੱਠਿਆ ਤੇ ਫਿਰ ਮੈਂ ਤੁਹਾਡੇ ਨਾਲ ਮਿਲਾਂਗਾ।
ਉਹ ਹਰ ਵੇਲੇ ਇੱਕੋ ਹੀ ਬੇਨਤੀ ਕਰਦਾ ਹੈ ਕਿ ਤਾਂ ਮਿਲੀਏ ਜੇ ਲੈ ਮਲਾਏ, ਕਿ ਸਤਿਗੁਰੂ ਜੀ ਜਦੋਂ ਤੁਸੀਂ ਕਿਰਪਾ ਕਰੋਗੇ, ਤੁਸੀਂ ਬਾਂਹ ਫੜ ਕੇ ਮੈਨੂੰ ਖਿੱਚੋਗੇ, ਮੈਂ ਫਿਰ ਇਸ ਸੰਸਾਰ ਚੋਂ ਨਿਕਲ ਸਕਦਾ, ਨਹੀਂ ਤਾਂ ਮੈਂ ਨਹੀਂ ਨਿਕਲ ਸਕਦਾ। ਇਹ ਹਾਥੀ ਫਾਂਸਾ ਕੀਚ में ਕਾਢੇ ਕੋਈ ਸਮਰੱਥ, ਕਿਆ ਨਿਕਲੇ ਬਲ ਆਪਣੇ ਜੋ ਧਨੀ ਨਾ ਪਸਾਰੇ ਹੱਥ। ਕਹਿੰਦੇ ਦਲਦਲ ਹੋਵੇ ਤੇ ਦਲਦਲ ਦੇ ਵਿੱਚ ਕੋਈ ਛੋਟਾ ਮੋਟਾ ਨਹੀਂ ਜਾਨਵਰ, ਵੱਡਾ ਹਾਥੀ ਫਸ ਜਾਵੇ। ਹਾਥੀ ਦਲਦਲ ਦੇ ਵਿੱਚ, ਉਹ ਦਲਦਲ ਐਸੀ ਚੀਜ਼ ਹੈ ਕਿ ਉਹਦੇ ਵਿੱਚੋਂ ਜਿੰਨਾ ਜ਼ੋਰ ਲਗਾਉਂਦੇ ਆ ਉਹਨਾਂ ਧੱਸਦੇ ਜਾਂਦੇ ਆ ਉਹਦੇ ਵਿੱਚ। ਇਹ ਸੰਸਾਰ ਵੀ ਦਲਦਲ ਹੈ। ਬੜੇ ਬੜੇ ਭਗਤੀ ਵਾਲੇ, ਭਜਨ ਸਿਮਰਨ ਵਾਲੇ ਬੜੇ ਬੜੇ ਕਈ ਵਾਰ ਦੇਖੇ ਨੇ ਕਿ ਡਿੱਗ ਪੈਂਦੇ। ਕਿਉਂ ਡਿੱਗ ਪੈਂਦੇ? ਸਿਰਫ ਇਸੇ ਮਾਣ ਵਡਿਆਈ ਚਾਹੁੰ ਕੇ। ਗੁਰੂ ਦੀ ਡਿਊਟੀ ਕਰਨੀ ਹੈ, ਜੋ ਕਹਿੰਦਾ ਕਰਨਾ ਹੈ, ਪਰ ਗੁਰੂ ਨੂੰ ਸਮਰਪਿਤ ਕਰੀ ਜਾਣਾ ਸਭ ਕੁਝ, ਆਪਣੇ ਕੋਲ ਨਹੀਂ ਕੁਝ ਰੱਖਣਾ ਹੈ। ਜਦੋਂ ਗੁਰੂ ਨੂੰ ਸਮਰਪਿਤ ਕਰਦੇ ਰਵਾਂਗੇ ਫਿਰ ਕੋਈ ਵੀ ਚੰਗਾ ਮਾੜਾ ਆਪਣਾ ਨਹੀਂ, ਸਭ ਕੁਝ ਉਹਦਾ ਹੀ ਹੈ। ਫਿਰ ਭਾਰ ਹਲਕਾ ਆਪਣਾ, ਕੋਈ ਗੱਲ ਹੀ ਨਹੀਂ ਹੈਗੀ। ਫਿਰ ਇਤੋਂ ਨਿਕਲਾਂਗੇ। ਤੇ ਇਸ ਫਰਮਾਇਆ ਕਿ ਤਾਂ ਮਿਲੀਏ ਜਾਂ ਲੈ ਮਲਾਏ, ਕਹੋ ਨਾਨਕ ਹਰ ਹਰ ਗੁਣ ਗਾਏ। ਸਤਿਗੁਰੂ ਜੀ ਤੁਸੀਂ ਕਿਰਪਾ ਕਰੋਗੇ ਤੇ ਫਿਰ ਹੀ ਮੈਂ ਹਰੀ ਦੇ ਗੁਣ ਗਾ ਸਕਦਾ, ਤੁਹਾਡੀ ਯਾਦ ਦੇ ਵਿੱਚ ਬਣਿਆ ਰਹਿ ਸਕਦਾ ਹੈ, ਨਹੀਂ ਤੇ ਮੈਂ ਤੇ ਭੁੱਲਦਾ ਹੀ ਭੁੱਲਦਾ ਹੈ, ਮੈਂ ਤਾਂ ਹਮੇਸ਼ਾ ਡਿੱਗਦਾ ਹੀ ਡਿੱਗਦਾ। ਜਦੋਂ ਐਸੀ ਦਸ਼ਾ ਬਣ ਗਈ ਤੇ ਫਿਰ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ। ਬੱਚਾ ਬੱਚਾ ਬਣ ਕੇ ਜਦੋਂ ਚੱਲਦਾ ਹੈ ਤੇ ਬਈ ਫਿਰ ਕੋਈ ਉਹਨੂੰ ਕੋਈ ਕਿਸੇ ਤਰ੍ਹਾਂ ਦੀ ਨਹੀਂ। ਤੇ ਸਤਿਗੁਰ ਦਇਆ ਕਿਰਪਾ ਕਰਨ ਕਿ ਐਸੀ ਰਹਿਣੀ, ਐਸੀ ਉਹ ਚੀਜ਼ ਬਣੇ, ਕਿਉਂਕਿ ਜਨਮ ਬੜਾ ਕੀਮਤੀ ਹੈ। ਪਤਾ ਨਹੀਂ ਕਿੰਨੀ ਦੇਰ ਬਾਅਦ ਮਿਲਿਆ ਹੈ। ਭਗਤੀ ਸਾਰਾ ਸੰਸਾਰ ਕਰ ਰਿਹਾ ਹੈ, ਪਰ ਗੁਰ ਭਗਤੀ ਸਤਿਗੁਰ ਹੀ ਕੋਈ ਵਿਰਲੇ ਹੀ ਕੋਈ ਐਸੇ ਹੁੰਦੇ ਨੇ ਕਿ ਜਿਹੜੇ ਉਹ ਕਰਵਾਉਂਦੇ ਨੇ। ਮਨ ਦੇ ਨਾਲ ਤੇ ਹਰ ਕੋਈ ਚੱਲ ਰਿਹਾ, ਹਰ ਕੋਈ ਕੁਛ ਨਾ ਕਿਸੇ ਨਾਲ ਕਿਤੇ ਨਾ ਕਿਤੇ ਕੋਈ ਕਰੀ ਜਾ ਰਿਹਾ ਕੁਛ ਨਾ ਕੁਛ, ਪਰ ਗੁਰ ਭਗਤੀ ਦੇ ਵਿੱਚ ਸਤਿਗੁਰ ਫਰਮਾਉਂਦੇ ਹੁੰਦੇ ਛੋਈ ਲੱਥਦੀ। ਭਗਤੀ ਬਾਹਰਲੀ ਭਗਤੀਆਂ ਦੇ ਵਿੱਚ ਤੇ ਮਾਣ ਵੜੀਆਂ ਮਿਲਦੀਆਂ ਨੇ, ਬੱਲੇ ਬੱਲੇ ਬੜੀ ਹੁੰਦੀ ਹੈ, ਪਰ ਗੁਰ ਭਗਤੀ ਦੇ ਵਿੱਚ ਤੇ ਰੋਜ਼ ਮਾਰ ਹੀ ਪੈਂਦੀ ਹੈ ਕਿ ਇਸ ਤਰ੍ਹਾਂ ਦੀ ਕਿ ਬਈ ਠਹਿਰਨਾ ਮੁਸ਼ਕਲ ਹੋ ਜਾਂਦਾ। ਪਰ ਜਿੰਨੇ ਪਹਿਲਾਂ ਹੀ ਸਭ ਕੁਝ ਦੇ ਦਿੱਤਾ ਹੈ ਉਹ ਭੱਜੇਗਾ ਫਿਰ ਕਦੇ, ਉਹਦੇ ਕੋਲ ਹੈ ਕੀ ਆਪਣਾ ਕਿ ਜਿਹੜਾ ਫਿਰ ਜਾਏਗਾ ਕਿਤੇ। ਸਤਿਗੁਰ ਕਿਰਪਾ ਕਰਨ, ਸਭ ਤੇ ਦਇਆ ਕਿਰਪਾ ਬਣਾਈ ਰੱਖਣ, ਸਭ ਨੂੰ ਖੁਸ਼ੀਆਂ ਖੇੜੇ ਬਖਸ਼ਣ, ਆਪਣੇ ਹੁਕਮ 'ਚ ਰਹਿਣ ਦਾ ਬਲ ਬਖਸ਼ਣ। ਟਾਈਮ ਬਹੁਤ ਕੀਮਤੀ ਹੁੰਦਾ ਹੈ ਸਭ ਦਾ ਹੀ, ਤੇ ਹਰ ਵੇਲੇ ਸਾਡਾ ਵੀ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਉਸ ਸਤਿਗੁਰ ਦੇ ਅੱਗੇ ਇਹ ਬੇਨਤੀ ਅਰਦਾਸ, ਜਿਸ ਤਰ੍ਹਾਂ ਉਹਨਾਂ ਦੇ ਬਚਨ ਅੱਜ ਫਰਮਾਏ ਨੇ, ਜੋ ਬਚਨ ਆਏ ਨੇ, ਕਿ ਉਸੇ ਤਰੀਕੇ ਦੇ ਨਾਲ ਉਹਨਾਂ ਦੇ ਚਰਨਾਂ 'ਚ ਬੇਨਤੀ ਅਰਦਾਸ ਹੁੰਦੀ ਰਹੇ, ਤੇ ਫਿਰ ਇਹਦੇ ਉੱਤੇ ਕੋਈ ਵੀ ਟੈਨਸ਼ਨ ਨਹੀਂ ਆਏਗੀ। ਕਿਉਂਕਿ ਗੁਰੂ ਵਾਲੇ ਨੂੰ ਕਾਹਦੀ ਟੈਨਸ਼ਨ ਹੈ? ਕਹਿੰਦੇ ਇੱਕ ਮਿਆਨ ਮੇਂ ਦੋ ਖੜਕ ਦੇਖਾ ਸੁਨਾ ਨਾ ਕਾਨ। ਜਾਂ ਤੇ ਗੁਰੂ ਰਹੇਗਾ ਤੇ ਜਾਂ ਡਰ ਰਹੇਗਾ, ਦੋਨੋਂ ਇੱਕ ਥਾਂ ਤੇ ਨਹੀਂ ਰਹਿ ਸਕਦੇ। ਜਾਂ ਤੇ ਅਸੀਂ ਇਹ ਕਹਾਂਗੇ ਅਸੀਂ ਗੁਰੂ ਵਾਲੇ ਹਾਂ ਤੇ ਬਸ ਕੋਈ ਚੀਜ਼ ਦੀ ਹੈ ਹੀ ਨਹੀਂ ਕੋਈ ਗੱਲ। ਤੇ ਜੇ ਟੈਨਸ਼ਨਾਂ ਹੈਗੀਆਂ ਨੇ ਤੇ ਫਿਰ ਕਿਤੇ ਨਾ ਕਿਤੇ ਅਸੀਂ ਦੇਖੀਏ ਕਮਜ਼ੋਰੀ ਕਿਤੇ, ਬਸ ਉਹ ਕਮਜ਼ੋਰੀ ਹੈਗੀ ਹੈ ਜ਼ਰੂਰ, ਉਹਨੂੰ ਦੂਰ ਕਰੀਏ। ਉਸੇ ਵੇਲੇ ਸਭ ਚੀਜ਼ਾਂ ਜਿਸ ਤਰ੍ਹਾਂ ਦੀ ਜੋ ਮਰਜ਼ੀ ਹੋਵੇ, ਕੋਈ ਚੀਜ਼ ਵੀ ਨਹੀਂ ਇਹਦੇ ਕੋਲ ਐਸੀ ਨਹੀਂ ਹੈ ਕਿ ਜਿਹੜੀ ਇਹਨੂੰ ਕੋਈ ਦੁੱਖ ਦੇ ਸਕੇ, ਜੇ ਗੁਰੂ ਇਹਦੇ ਕੋਲ। ਰਾਧਾ ਰਾਧਾ।